ਹੈਲੋ ਵੈਲਕਮ ਟੂ ਦਾ ਵਰਡ ਆਫ ਪੋਜ਼ਿਟਿਵ ਵਾਈਬ ਚੈਨਲ 'ਚ ਆਪ ਸਭ ਜੀ ਦਾ ਸਵਾਗਤ ਹੈ। ਅੱਜ ਆਪਾਂ ਲੈ ਕੇ ਆਏ ਹਾਂ ਇੱਕ ਨਵੀਂ ਵੀਡੀਓ ਜਿਹਦੇ ਵਿੱਚ ਜਿਵੇਂ ਮੈਂ ਟਾਈਟਲ ਦਿੱਤਾ ਹੋਇਆ ਆਪਾਂ ਸਿਫਰ ਤੋਂ ਸਿਖਰ ਤੱਕ ਜਾਣਾ। ਠੀਕ ਹੈ ਜੀ, ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਜਦੋਂ ਵੀ ਮੈਂ ਤੁਹਾਨੂੰ ਕੰਪਿਊਟਰ ਕਰਾਵਾਂਗਾ 0 ਲੈਵਲ ਤੋਂ ਲੈ ਕੇ 100 ਤੱਕ ਪਹੁੰਚਣਾ ਆਪਾਂ। ਠੀਕ ਹੈ, ਜਿਹੜੀ ਵੀਡੀਓ ਅੱਜ ਮੈਂ ਤੁਹਾਨੂੰ ਕਰਵਾ ਰਿਹਾ, ਜਿਹੜਾ ਕੰਟੈਂਟ ਕਰਵਾ ਰਿਹਾ, ਇਹ ਬੇਸਿਕਲੀ MCA ਵਿੱਚ ਕਰਦੇ ਹਾਂ ਆਪਾਂ ਜਾਂ MTech 'ਚ ਕਰਦੇ ਹਾਂ। ਸਮਝ ਲਓ ਮਾਸਟਰ ਡਿਗਰੀ ਦਾ ਕੰਟੈਂਟ ਆਪਾਂ ਪੜ੍ਹਨ ਜਾ ਰਹੇ ਹਾਂ। ਅੱਜ ਦੀ ਵੀਡੀਓ ਡਿਫਿਕਲਟ ਹੋ ਸਕਦੀ ਹੈ ਜਿਨ੍ਹਾਂ ਦੀ ਬੈਕਗਰਾਊਂਡ ਕੰਪਿਊਟਰ ਨਹੀਂ ਹੈ, ਪਰ ਉਹ ਵੀਡੀਓ ਨੂੰ ਰਿਪੀਟ ਕਰ ਲੈਣ 1 ਜਾਂ 2 ਵਾਰ ਤਾਂ ਡੈਫੀਨੇਟਲੀ ਉਹਨਾਂ ਨੂੰ ਸਮਝ ਆ ਜਾਊਗੀ। ਇਹ ਡਿਫਿਕਲਟੀ ਲੈਵਲ ਮੈਂ ਤਾਂ ਲੈ ਕੇ ਆਇਆ, ਆਪ ਸਭ ਜੀ ਨੂੰ ਪਤਾ ਹੈ ਕਿ PSPCL 2018 ਦੇ 17 'ਚ ਜਿਹੜਾ ਪੇਪਰ ਹੋਇਆ ਸੀ ਜਾਂ ਪਟਵਾਰੀ ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਕੰਪਿਊਟਰ ਬਹੁਤ ਡਿਫਿਕਲਟ ਲੈਵਲ ਦਾ ਆਇਆ ਸੀ। ਉਹਦੇ ਵਿੱਚੋਂ ਹੀ ਮੈਂ 2-3 ਕੁਐਸਚਨ ਚੱਕੇ ਹੈ, ਉਹ ਕੁਐਸਚਨ ਸੀਗੇ CPU ਸ਼ਡਿਊਲਿੰਗ ਦੇ ਬੇਸ 'ਤੇ। ਠੀਕ ਹੈ ਜੀ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੀ ਕਰਨਾ, ਆਪਰੇਟਿੰਗ ਸਿਸਟਮ ਨੂੰ ਆਪਾਂ 0 ਲੈਵਲ ਤੋਂ ਲੈ ਕੇ 100 ਤੱਕ ਪੜ੍ਹ ਲੈਣਾ। ਅੱਜ ਲਾਸਟ ਵੀਡੀਓ ਆਪਰੇਟਿੰਗ ਸਿਸਟਮ ਦੀ ਆਪਾਂ ਸਮਝ ਲਓ 100 ਲੈਵਲ 'ਤੇ ਪਹੁੰਚ ਗਏ ਅੱਜ। ਠੀਕ ਹੈ, ਸਿਫਰ ਤੋਂ ਸਿਖਰ ਤੱਕ। ਤਾਂ ਵੀਡੀਓ ਨੂੰ ਵਾਰ-ਵਾਰ ਰਿਪੀਟ ਕਰੋ। ਇਹਦੇ ਵਿੱਚ ਜਿਹੜੇ ਕੁਐਸਚਨ ਨੇ ਉਹਨਾਂ ਦੇ ਮੈਂ ਆਨਸਰ ਵੀ ਟਿਕ ਕਰਤੇ ਤੁਹਾਡੀ ਹੈਲਪ ਵਾਸਤੇ, ਕਿਉਂਕਿ ਉਹ ਕੁਐਸਚਨ ਥੋੜ੍ਹੇ ਡਿਫਿਕਲਟ ਨੇ। ਇਹ ਨਾ ਹੋਵੇ ਕਿ ਤੁਸੀਂ ਜਦੋਂ PDF ਮੰਗੋ ਤਾਂ ਉਹਦੇ ਵਿੱਚ ਆਨਸਰ ਟਿਕ ਨਹੀਂ ਹੋਏ ਹੋਣਗੇ। ਠੀਕ ਹੈ, ਇਸ ਕਰਕੇ ਤੁਹਾਡੀ ਹੈਲਪ ਵਾਸਤੇ ਮੈਂ ਉਹ ਵੀ ਕਰਤਾ। ਅੱਜ ਦੀ ਵੀਡੀਓ ਬਹੁਤ ਵਧੀਆ ਰਹਿਣ ਵਾਲੀ ਆ, ਸਾਰੇ ਜਾਣੇ ਕੰਨ ਖੋਲ੍ਹ ਕੇ ਧਿਆਨ ਨਾਲ ਸੁਣਿਓ ਵੀਡੀਓ, ਅਤੇ ਅਗਰ ਵੀਡੀਓ ਲੱਗੇ ਫਾਸਟ ਇਹਨੂੰ ਕਰ ਲਿਓ ਸਲੋ। ਠੀਕ ਹੈ ਜੀ, ਗੱਲ ਕਰਦੇ ਹਾਂ ਆਪਾਂ CPU ਸ਼ਡਿਊਲਿੰਗ ਦੀ। CPU ਤੁਹਾਨੂੰ ਮੈਂ ਪੜ੍ਹਾ ਚੁੱਕਿਆ, ਉਹਦੇ ਵਿੱਚ RAM ਵੀ ਪੜ੍ਹਾ ਚੁੱਕਿਆ, ROM ਵੀ ਪੜ੍ਹਾ ਚੁੱਕਿਆ। ਠੀਕ ਹੈ, ਹਾਰਡ ਡਿਸਕ ਵੀ ਪੜ੍ਹਾ ਚੁੱਕਿਆ, ਸਭ ਕੁਝ ਪੜ੍ਹਾ ਚੁੱਕੇ ਹਾਂ। ਹੁਣ ਸ਼ਡਿਊਲਿੰਗ ਹੁੰਦਾ ਕੀ ਹੈ? ਸ਼ਡਿਊਲਿੰਗ ਹੁੰਦਾ ਕਿ ਆਪਾਂ ਕੋਈ ਚੀਜ਼ ਨੂੰ ਸ਼ਡਿਊਲ ਕਰਨਾ ਵੀ ਉਹ ਕਿਹੜੇ ਟਾਈਮ 'ਤੇ ਚੱਲੂਗੀ, ਕਿਹੜੇ ਟਾਈਮ 'ਤੇ ਬੰਦ ਹੋਊਗੀ। ਠੀਕ ਹੈ, CPU ਦੇ ਵਿੱਚ ਵੀ ਸ਼ਡਿਊਲਿੰਗ ਹੁੰਦੀ ਹੈ। ਠੀਕ ਹੈ, ਫਿਲਹਾਲ ਆਪਾਂ ਚੱਲਦੇ ਹਾਂ ਪਹਿਲਾਂ ਅਗਲੀ ਸਲਾਈਡ ਦੇ ਵੱਲ, ਦੇਖਦੇ ਹਾਂ ਕੀ ਹੁੰਦਾ CPU ਸ਼ਡਿਊਲਿੰਗ। ਠੀਕ ਹੈ ਜੀ, ਆਹ ਦੇਖੋ ਹੁਣ ਸ਼ਡਿਊਲਿੰਗ ਕੀ ਹੁੰਦਾ ਹੈ। ਅਗਰ ਕੰਪਿਊਟਰ ਦੇ ਵਿੱਚ ਗੱਲ ਕਰੀਏ, ਕਹਿੰਦਾ ਵੀ ਆਪਾਂ ਸਿਲੈਕਟ ਕਰਨਾ, ਕਹਿੰਦਾ ਚੂਜ਼ਿੰਗ ਵਿਚ ਟਾਸਕ ਟੂ ਬੀ ਰਨ ਐਂਡ ਫॉर ਹਾਊ ਲੌਂਗ। ਮਤਲਬ ਕਹਿੰਦਾ ਵੀ ਕਿਹੜਾ ਕੰਮ ਚੱਲੂਗਾ। ਤੁਹਾਨੂੰ ਮੈਂ ਪਹਿਲਾਂ ਹੀ ਗੱਲ ਕਰਾਇਆ ਸੀਗਾ, ਮਲਟੀਟਾਸਕਿੰਗ ਕਰਾਇਆ ਸੀ। ਉਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਆਪਾਂ ਕੀ ਕਰਦੇ ਹਾਂ, MS ਵਰਡ ਦੇ ਵਿੱਚ ਕੀ ਕਰਦੇ ਹਾਂ, ਟਾਈਪਿੰਗ ਕਰ ਰਹੇ ਹਾਂ ਅਤੇ ਨਾਲ ਕੀ ਸੁਣ ਰਹੇ ਹਾਂ, MP3 ਸੌਂਗ ਸੁਣ ਰਹੇ ਹਾਂ। ਤਾਂ ਹੁਣ ਦੋਨੇ ਕੰਮ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ, ਦੋਨੇ ਕੰਮ ਇਕੱਠੇ ਨਹੀਂ ਹੁੰਦੇਗੇ। ਹੁਣ ਉਹ CPU ਸ਼ਡਿਊਲਿੰਗ ਹੀ ਸਿਲੈਕਟ ਕਰੂਗੀ ਕਿ ਕਿਹੜਾ ਕੰਮ ਕਿੰਨੇ ਟਾਈਮ ਚੱਲੂਗਾ, ਅਤੇ ਹੈ ਨਾ ਵੀ MP3 ਸੌਂਗ ਪਹਿਲਾਂ ਚੱਲਣਗੇ ਜਾਂ ਵਰਡ ਵਾਲੀ ਫਾਈਲ ਪਹਿਲਾਂ ਚੱਲੂਗੀ। ਆਪਾਂ ਨੂੰ ਤਾਂ ਇੱਦਾਂ ਹੀ ਲੱਗਦਾ ਕਿ ਦੋਨੋਂ 'ਚ ਕੰਮ ਇਕੱਠੇ ਹੋ ਰਹੇ ਆ, ਪਰ ਉਹ ਕਿਹਨੇ ਸਿਲੈਕਟ ਕਰਨਾ ਹੁੰਦਾ, ਪਿੱਛੇ CPU ਸ਼ਡਿਊਲਿੰਗ ਦਾ ਕੰਮ ਹੁੰਦਾ। ਉਹਦੇ ਉੱਪਰ ਕੀ ਹੁੰਦੇ, ਮੈਥਡ ਹੁੰਦੇ ਅਲੱਗ-ਅਲੱਗ, ਜਿਹਨੂੰ ਐਲਗੋਰਿਥਮ ਬੋਲ ਦਿੰਦੇ ਆ। ਠੀਕ ਹੈ, ਸ਼ਡਿਊਲਿੰਗ ਸਮਝ ਆ ਗਈ। ਸ਼ਡਿਊਲਿੰਗ ਕੀ ਹੁੰਦੀ ਹੈ, ਕਹਿੰਦਾ ਵੀ ਸਿਲੈਕਟ ਕਰਨਾ ਕਿਹੜਾ ਟਾਸਕ ਕਿੰਨੇ ਟਾਈਮ ਚੱਲੂਗਾ। ਠੀਕ ਹੈ, ਰਨ ਕਰੂਗਾ। ਓਕੇ, ਕਲੀਅਰ ਹੈ। ਹੁਣ ਇਹਦੀ ਜ਼ਰੂਰਤ ਕਿਉਂ ਪਈ CPU ਸ਼ਡਿਊਲਿੰਗ ਦੀ? CPU ਸ਼ਡਿਊਲਿੰਗ ਦੀ ਜ਼ਰੂਰਤ ਤਾਂ ਪਈ ਅਗਰ ਆਪਾਂ ਮੰਨ ਲਓ CPU ਸ਼ਡਿਊਲਿੰਗ ਨਹੀਂ ਕਰਦੇ, ਇੱਕ ਟਾਈਮ 'ਤੇ ਇੱਕ ਹੀ ਕੰਮ ਹੋਊਗਾ। ਮੰਨ ਲਓ ਮੈਂ ਸਿਰਫ ਇੱਕ ਟਾਈਮ 'ਤੇ ਸਿਰਫ MS ਵਰਡ ਦੀ ਫਾਈਲ ਟਾਈਪ ਕਰ ਰਿਹਾ, ਪਰ ਮੈਂ ਦੂਸਰੇ ਟਾਈਮ 'ਤੇ ਕੀ ਕਰਨਾ ਸੀ, ਨਾਲ ਉਹ ਇੱਕ ਹੋਰ ਵਿੰਡੋ ਦੇ ਵਿੱਚੋਂ ਡਾਟਾ ਕਾਪੀ ਕਰਨਾ ਸੀ। ਮੰਨ ਲਓ ਚਾਹੇ ਮੈਂ ਉਹ ਮੰਨ ਲਓ ਕਿਸੇ ਐਕਸਲ ਦੇ ਵਿੱਚ ਕਾਪੀ ਕਰਨਾ ਸੀਗਾ, ਤਾਂ 2 ਵਿੰਡੋ ਇਕੱਠੀਆਂ ਖੁੱਲ੍ਹਣਗੀਆਂ ਨਹੀਂ ਅਗਰ ਮੇਰੇ ਸਿੰਗਲ ਵਿੰਡੋ ਵਾਲਾ PC ਹੋਊਗਾ। ਠੀਕ ਹੈ, ਸਿੰਗਲ ਯੂਜ਼ਰ ਵਾਲਾ ਹੋਊਗਾ। ਤਾਂ ਇਸ ਕਰਕੇ ਕਿ ਮੈਨੂੰ ਜਿੱਥੇ ਮਲਟੀ ਟਾਸਕਿੰਗ ਹੋਏਗੀ ਉੱਥੇ 2 ਵਿੰਡੋ ਖੁੱਲ੍ਹ ਸਕਦੀਆਂ ਨਾ, ਅਤੇ ਜਦੋਂ 2 ਵਿੰਡੋ ਖੁੱਲ੍ਹਣਗੀਆਂ ਤਾਂ ਮੈਂ ਕੀ ਹੋ ਜਾਊਗਾ, ਮੇਰੇ ਵਾਸਤੇ ਕੰਮ ਈਜ਼ੀ ਹੋ ਜਾਊਗਾ। ਉਹਦੇ ਵਿੱਚ ਕੀ ਹੋ ਜਾਊਗੀ, ਸਿਸਟਮ ਦੀ ਕੀ ਵੱਧ ਜੂਗੀ, ਪਰਫੋਰਮੈਂਸ ਵੱਧ ਜੂਗੀ, ਜਿਹਦੇ ਵਿੱਚ ਕੀ ਕਰੂਗਾ, ਮਲਟੀ ਟਾਸਕਿੰਗ ਨੂੰ ਸਪੋਰਟ ਕਰੂਗਾ। ਠੀਕ ਹੈ, ਕਲੀਅਰ ਹੈ ਜੀ। ਸਿਸਟਮ ਨੂੰ ਇੰਪਰੂਵਮੈਂਟ ਵਾਸਤੇ, ਠੀਕ ਹੈ, ਉਹ ਐਫੀਸ਼ੈਂਟਲੀ ਵਰਕ ਕਰੇ, ਉਹਦੀ ਪਰਫੋਰਮੈਂਸ ਅੱਛੀ ਆਵੇ, ਉਹਨੂੰ ਵੱਧ ਤੋਂ ਵੱਧ ਆਪਾਂ ਯੂਟੀਲਾਈਜ਼ ਕਰ ਸਕੀਏ, ਵੱਧ ਤੋਂ ਵੱਧ ਉਹਨੂੰ ਯੂਜ਼ ਕਰ ਸਕੀਏ, ਤਾਂ ਕਰਕੇ ਆਪਾਂ ਕੀ ਕਰਦੇ ਹਾਂ, ਸ਼ਡਿਊਲਿੰਗ ਕਰਦੇ ਹਾਂ। ਠੀਕ ਹੈ, ਕਲੀਅਰ ਹੈ। ਇਹ ਹਾਈ ਲੈਵਲ ਦਾ ਥੋੜ੍ਹਾ ਜਿਹਾ ਤਾਂ ਧਿਆਨ ਨਾਲ ਸੁਣ ਲਿਓ ਇਹਨੂੰ। ਠੀਕ ਹੈ, ਨੈਕਸਟ ਦੇਖੋ ਹੁਣ ਕੀ ਹੈ। ਹੁਣ ਦੇਖੋ ਆਹ ਕੁਐਸਚਨ ਪੇਪਰ ਦੇ ਵਿੱਚ ਆਇਆ ਹੋਇਆ ਤੁਹਾਡਾ। ਠੀਕ ਹੈ, ਲੇਕਿਨ ਬਹੁਤ ਹਾਈ ਲੈਵਲ ਦੇ ਉੱਪਰ ਆਇਆ ਹੋਇਆ। ਇੱਕ ਪੇਪਰ ਹੋਇਆ ਸੀ SBI ਦਾ, ਉਹਦੇ ਵਿੱਚ ਮੈਨੇਜਰ IT ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਇਹ ਕੁਐਸਚਨ ਆਇਆ ਹੋਇਆ। ਹੋ ਸਕਦਾ ਕਿ ਦੇਖੋ ਜਿਹੜਾ ਐਗਜ਼ਾਮੀਨਰ ਹੁੰਦਾ ਹਮੇਸ਼ਾ ਉਹ ਕੀ ਕਰਦਾ, ਪੁਰਾਣੇ ਪੇਪਰ ਨੂੰ ਐਨਾਲਾਈਜ਼ ਕਰਕੇ ਹੀ ਪੇਪਰ ਪਾਉਂਦਾ ਹੈ। ਤਾਂ ਕਾਫੀ ਕੁਐਸਚਨ ਰਿਪੀਟ ਹੁੰਦੇ, ਇਸ ਕਰਕੇ ਤੁਹਾਡੀ ਹੈਲਪ ਵਾਸਤੇ ਮੈਂ ਕੀ ਕੀਤਾ, ਉਹ ਪਹਿਲਾਂ ਪੂਰਾ ਪੇਪਰ ਐਨਾਲਾਈਜ਼ ਕੀਤਾ ਕਿ ਉਹਦੇ ਵਿੱਚੋਂ ਹੀ ਮੈਂ ਕੁਐਸਚਨ ਚੱਕ ਕੇ ਇਹ ਪਾ ਰਿਹਾ। ਠੀਕ ਹੈ, ਕੀ ਕਹਿੰਦਾ ਆਪਰੇਟਿੰਗ ਸਿਸਟਮ। ਠੀਕ ਹੈ, ਇਹਦੇ ਵਿੱਚ ਕੀ ਕਹਿੰਦਾ ਕਿ CPU ਸ਼ਡਿਊਲਿੰਗ ਜਿਹੜੀ ਹੈਗੀ ਆ ਉਹ ਕਿਸ 'ਤੇ ਡਿਪੈਂਡ ਹੈ। ਆਹ ਦੇਖੋ, CPU ਸ਼ਡਿਊਲਿੰਗ ਇਜ਼ ਦਾ ਬੇਸਿਸ ਆਫ। ਠੀਕ ਹੈ, CPU ਸ਼ਡਿਊਲਿੰਗ ਕਿਸ 'ਤੇ ਬੇਸ ਹੈ, ਆਪਣਾ ਮਲਟੀ ਪ੍ਰੋਸੈਸਿੰਗ 'ਤੇ ਬੇਸ ਹੈ, ਜਾਂ ਮਲਟੀ ਪ੍ਰੋਗਰਾਮਿੰਗ 'ਤੇ ਬੇਸ ਹੈ, ਕਿ ਲਾਰਜ ਮੈਮਰੀ ਸਾਈਜ਼ 'ਤੇ ਬੇਸ ਹੈ, ਕਿ ਨਨ ਆਫ ਦੀਸ ਹੈ। ਹੁਣ ਜਿਹੜੀ CPU ਸ਼ਡਿਊਲਿੰਗ ਆ ਤੁਹਾਨੂੰ ਮੈਂ ਦੱਸ ਦਿੰਦਾ ਹੈ ਉਹ ਕਿਹਦੇ 'ਤੇ ਬੇਸ ਹੈ, ਉਹ ਮਲਟੀ ਪ੍ਰੋਗਰਾਮਿੰਗ 'ਤੇ ਬੇਸ ਹੈ। ਹੁਣ ਮਲਟੀ ਪ੍ਰੋਗਰਾਮਿੰਗ ਤੁਸੀਂ ਪੁੱਛੋਗੇ ਕੀ ਹੁੰਦੀ ਹੈ। ਮਲਟੀ ਪ੍ਰੋਗਰਾਮਿੰਗ ਭਾਈ ਬੇਸਿਕਲੀ ਮਲਟੀ ਟਾਸਕਿੰਗ ਤੋਂ ਹੀ ਨਿਕਲੀ ਹੋਈ ਹੈ। ਠੀਕ ਹੈ, ਜਾਂ ਮਲਟੀ ਟਾਸਕਿੰਗ ਕਹਿ ਲਓ ਕਿ ਮਲਟੀ ਪ੍ਰੋਗਰਾਮਿੰਗ ਤੋਂ ਨਿਕਲੀ ਹੋਈ ਹੈ। ਠੀਕ ਹੈ, ਦੋਨੇ ਸੇਮ ਚੀਜ਼ ਹੈ, ਲੇਕਿਨ ਦੋਨਾਂ 'ਚ ਥੋੜ੍ਹਾ ਜਿਹਾ ਮਾਈਨਰ ਜਾਂ ਡਿਫਰੈਂਸ ਹੈ। ਉਹ ਆਪਾਂ ਪੜ੍ਹਦੇ ਹਾਂ ਅਗਲੀ ਸਲਾਈਡ ਦੇ ਵਿੱਚ। ਥੋੜ੍ਹਾ ਜਿਹਾ ਮਾਈਨਰ ਜਾਂ 19-21 ਦਾ ਫਰਕ, ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਆ ਕਿ 19-21 ਦਾ ਫਰਕ ਹੈ। ਜਿਵੇਂ 2 ਭਰਾ ਜਾਂ 2 ਭੈਣਾਂ ਇੱਕੋ ਜਿਹੀਆਂ ਲੱਗਦੀਆਂ ਹੁੰਦੀਆਂ, ਆਪਾਂ ਕਹਿੰਦੇ ਨੇ 19-21 ਦਾ ਫਰਕ ਹੈ। ਸਮਝ ਲਓ ਦੋਨੇ ਭੈਣ ਭਰਾ ਹੀ ਹੈ। ਮਲਟੀ ਪ੍ਰੋਗਰਾਮਿੰਗ ਹੋ ਗਿਆ, ਮਲਟੀ ਟਾਸਕਿੰਗ ਹੋ ਗਿਆ। ਠੀਕ ਹੈ, ਉਹ ਮੈਂ ਤੁਹਾਨੂੰ ਸਮਝਾ ਦਿੰਦਾ ਹੁੰਦਾ ਕੀ ਹੈ। ਠੀਕ ਹੈ,
ਹੁਣ ਦੇਖੋ ਪਹਿਲਾਂ ਤਾਂ ਆਪਾਂ ਉਹਦੇ ਵਾਸਤੇ ਪੜ੍ਹਨਾ ਪਊਗਾ ਆਪਾਂ ਨੂੰ ਮਲਟੀ ਪ੍ਰੋਗਰਾਮਿੰਗ, ਕਿਉਂਕਿ ਮਲਟੀਟਾਸਕਿੰਗ ਆਪਾਂ ਪੜ੍ਹ ਚੁੱਕੇ ਹਾਂ। ਮਲਟੀਟਾਸਕਿੰਗ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਇੱਕੋ ਟਾਈਮ 'ਤੇ 2 ਕੰਮ ਕਰਨੇ। ਮੰਨ ਲਓ ਜਿਵੇਂ ਮੈਂ ਟਾਈਪਿੰਗ ਕਰ ਰਿਹਾ ਨਾਲ ਸੌਂਗ ਸੁਣ ਰਿਹਾ, ਪਰ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਦੋਨੇ ਇਕੱਠੇ ਨਹੀਂ ਜਾਂਦੇ ਸੀਗੇ CPU ਦੇ ਵਿੱਚ, ਠੀਕ ਹੈ। ਮਤਲਬ ਦੋਨੇ ਮੇਨ ਮੈਮਰੀ 'ਚ ਇਕੱਠੇ ਨਹੀਂ ਜਾਂਦੇ ਸੀਗੇ ਰੈਮ ਦੇ ਵਿੱਚ। ਇੱਕ ਚੀਜ਼ ਹਾਰਡ ਡਿਸਕ 'ਤੇ ਪਈ ਰਹਿੰਦੀ ਸੀਗੀ, ਇੱਕ ਇਨ ਹੁੰਦੀ ਸੀ, ਇੱਕ ਆਊਟ ਹੁੰਦੀ ਸੀ, ਤੁਹਾਨੂੰ ਮੈਂ ਦੱਸਿਆ ਸੀ ਨਾ। ਹੁਣ ਪੜ੍ਹ ਲਓ ਪਹਿਲਾਂ ਮਲਟੀ ਪ੍ਰੋਗਰਾਮਿੰਗ ਹੁੰਦਾ ਕੀ ਹੈ। ਕਹਿੰਦਾ ਮਲਟੀ ਪ੍ਰੋਗਰਾਮਿੰਗ ਇਜ਼ ਆਲਸੋ ਦਾ ਅਬਿਲਿਟੀ ਆਫ ਆਪਰੇਟਿੰਗ ਸਿਸਟਮ ਟੂ ਐਗਜ਼ੀਕਿਊਟ ਮੋਰ ਦੈਨ ਵਨ ਪ੍ਰੋਗਰਾਮ ਔਨ ਦਾ ਸਿੰਗਲ ਪ੍ਰੋਸੈਸਿੰਗ ਮਸ਼ੀਨ। ਮਤਲਬ ਇੱਕ ਪ੍ਰੋਸੈਸਿੰਗ ਮਸ਼ੀਨ ਜਿਹੜੀ ਜਿਹਦੇ ਵਿੱਚ ਇੱਕ ਹੀ ਪ੍ਰੋਸੈਸਰ ਯੂਜ਼ ਹੁੰਦਾ, ਸਿੰਗਲ ਜੋ ਨਾਰਮਲ CPU ਹੁੰਦਾ ਆਪਣਾ, ਠੀਕ ਹੈ। ਕਿਉਂਕਿ ਜਿਹੜਾ ਮਲਟੀ ਪ੍ਰੋਸੈਸਰ ਹੁੰਦਾ, ਮਲਟੀ ਪ੍ਰੋਸੈਸਿੰਗ ਦੇ ਵਿੱਚ ਕੀ ਹੁੰਦਾ, ਠੀਕ ਹੈ, ਮਲਟੀ ਪ੍ਰੋਸੈਸਰ ਯੂਜ਼ ਹੁੰਦੇ ਆ। ਤਾਂ ਮਲਟੀ ਪ੍ਰੋਗਰਾਮਿੰਗ ਦੇ ਵਿੱਚ ਕੀ ਹੈ, ਜਿਹਦੇ ਵਿੱਚ ਸਿੰਗਲ ਪ੍ਰੋਸੈਸਰ ਹੋਊਗਾ ਅਤੇ ਸਿੰਗਲ ਰੈਮ ਹੋਊਗਾ, ਸਿੰਗਲ ਹਾਰਡ ਡਿਸਕ ਹੋਏਗੀ, ਠੀਕ ਹੈ। ਉਹਦੇ ਵਿੱਚ ਕੀ ਕਹਿੰਦਾ ਕਿ ਉਹਦੇ ਵਿੱਚ ਕੀ ਹੈ, ਇੱਕ ਤੋਂ ਵੱਧ ਪ੍ਰੋਗਰਾਮ ਚਲਾਉਣੇ, ਠੀਕ ਹੈ। ਪਰ ਇਹਦੇ ਤੇ ਉਹਦੇ 'ਚ ਫਰਕ ਕੀ ਆ, ਮਲਟੀ ਟਾਸਕਿੰਗ ਅਤੇ ਮਲਟੀ ਪ੍ਰੋਗਰਾਮਿੰਗ ਦੇ ਵਿੱਚ ਫਰਕ ਤੁਹਾਨੂੰ ਮੈਂ ਦੱਸ ਦਿੰਦਾ। ਜਿਵੇਂ CPU ਦੇ ਵਿੱਚ ਇੱਕ ਰੈਮ ਹੁੰਦੀ ਹੈ, ਠੀਕ ਹੈ, ਰੈਮ ਜਿਹਨੂੰ ਆਪਾਂ ਕੀ ਕਹਿੰਦੇ ਆ, ਮੇਨ ਮੈਮਰੀ ਕਹਿੰਦੇ ਆ। ਹੁਣ ਮਲਟੀ ਪ੍ਰੋਗਰਾਮਿੰਗ ਦੇ ਵਿੱਚ ਕੀ ਹੁੰਦਾ ਕਿ ਜੇ ਮੰਨ ਲਓ ਇਹ ਮੇਰੀ ਰੈਮ ਆ, ਮਤਲਬ 2 ਪ੍ਰੋਗਰਾਮ ਮੈਂ ਖੋਲ੍ਹੇ, ਪਹਿਲਾਂ ਮੈਂ ਟਾਈਪਿੰਗ ਖੋਲ੍ਹ ਲਈ, ਫਿਰ ਮੈਂ ਖੋਲ੍ਹ ਲਏ ਗਾਣੇ, ਤਾਂ ਦੋਨੇ ਰੈਮ ਦੇ ਵਿੱਚ ਹੀ ਪਏ ਰਹਿਣਗੇ, ਲੇਕਿਨ ਚੱਲੇਗਾ ਇੱਕ ਟਾਈਮ 'ਤੇ ਇੱਕ ਹੀ ਹੈ, ਪਏ ਦੋਨੇ ਰੈਮ 'ਚ ਰਹਿਣਗੇ, ਠੀਕ ਹੈ। ਜਿੱਥੋਂ ਮਤਲਬ ਪਹਿਲਾਂ ਮੰਨ ਲਓ ਪਹਿਲਾ ਨੰਬਰ ਵਾਲਾ ਕੰਮ ਚੱਲਿਆ ਮੇਰਾ, ਟਾਈਪਿੰਗ ਕੀਤੀ ਮੈਂ, ਠੀਕ ਹੈ, ਫਿਰ ਮੇਰੇ ਨਾਲ ਗਾਣੇ ਚੱਲ ਪਏ, ਜਿੱਥੇ ਰੁਕੂਗਾ ਦੂਜੀ ਵਾਰ ਫਿਰ ਉੱਥੇ ਚੱਲੂਗਾ, ਉੱਥੇ ਹੀ ਰਿਜ਼ਿਊਮ ਕਰੂਗਾ, ਠੀਕ ਹੈ। ਜਿੱਥੋਂ ਬੰਦ ਹੋਏਗਾ ਉੱਥੇ ਹੀ ਰਿਜ਼ਿਊਮ ਕਰੇਗਾ, ਲੇਕਿਨ ਦੋਨੇ ਕਿਤੇ ਪਏ ਰਹਿਣਗੇ, ਰੈਮ ਦੇ ਵਿੱਚ ਪਏ ਰਹਿਣਗੇ। ਪਰ ਜੇ ਆਪਾਂ ਗੱਲ ਕਰੀਏ ਹੁਣ ਮਲਟੀਟਾਸਕਿੰਗ ਦੀ, ਉਹਦੇ ਵਿੱਚ ਕੀ ਹੁੰਦਾ ਬੇਟਾ, ਉਹਦੇ ਵਿੱਚ ਕੀ ਹੁੰਦਾ, ਇੱਕ ਹੁੰਦੀ ਹੈ ਰੈਮ ਜਿਹਨੂੰ ਮੇਨ ਮੈਮਰੀ ਕਹਿੰਦੇ ਆ, ਇੱਕ ਹੁੰਦੀ ਸੈਕੰਡਰੀ ਮੈਮਰੀ ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਹਾਰਡ ਡਿਸਕ ਕਹਿ ਦਿੰਦੇ ਹਾਂ, ਠੀਕ ਹੈ, ਹਾਰਡ ਡਿਸਕ ਡਰਾਈਵ ਕਹਿੰਦੇ ਨਾ, HDD, ਠੀਕ ਹੈ। ਹੁਣ ਇਹਦੇ ਵਿੱਚ ਕੀ ਹੁੰਦਾ ਸੀ, ਮੰਨ ਲਓ 1 ਨੰਬਰ ਕੰਮ ਚੱਲਿਆ ਤਾਂ 2 ਨੰਬਰ ਕੰਮ ਕਿੱਥੇ ਪਿਆ ਹੋਊਗਾ, ਹਾਰਡ ਡਿਸਕ ਦੇ ਵਿੱਚ ਪਿਆ ਹੋਊਗਾ। ਜਦੋਂ 2 ਨੰਬਰ ਨੇ ਚੱਲਣਾ ਤਾਂ ਇਹਨੂੰ ਇਹਨੂੰ ਬਾਹਰ ਆਉਣਾ ਪਊਗਾ ਰੈਮ ਤੋਂ, ਠੀਕ ਹੈ, ਫਿਰ 2 ਨੰਬਰ ਚੱਲੂਗਾ। ਉਹ ਹੋ ਗਿਆ ਮਲਟੀਟਾਸਕਿੰਗ। ਕਲੀਅਰ ਹੋ ਗਿਆ। ਸਮਝ ਲਓ ਇੱਕ ਕਮਰਾ ਹੈ, ਇੱਕ ਕਮਰੇ ਦੇ ਵਿੱਚ 2 ਬੰਦੇ ਇਕੱਠੇ ਨਹੀਂ ਬਹਿ ਸਕਦੇ, ਕਿਹ 'ਚ ਬਹਿਣਗੇ, ਮਲਟੀ ਪ੍ਰੋਗਰਾਮਿੰਗ 'ਚ ਦੋਨੇ ਬੰਦੇ ਇਕੱਠੇ ਬਹਿ ਜਾਣਗੇ, ਲੇਕਿਨ ਬੋਲੇਗਾ ਕਿ ਅਗਰ ਦੋਨਾਂ ਨੇ ਸਪੀਚ ਦੇਣੀ ਆ, ਇੱਕ ਟਾਈਮ 'ਤੇ ਇੱਕ ਬੰਦਾ ਸਪੀਚ ਦੇਏਗਾ, ਜਦੋਂ ਰੁਕ ਜਾਏਗਾ ਦੂਜਾ ਬੰਦਾ ਬੋਲੇਗਾ, ਜਦੋਂ ਦੂਜਾ ਰੁਕ ਜਾਏਗਾ ਪਹਿਲਾ ਬੰਦਾ ਬੋਲੇਗਾ, ਲੇਕਿਨ ਦੋਨੇ ਕੀ ਇੱਕ ਕਮਰੇ 'ਚ ਬੈਠੇ ਹੋਏ ਆ। ਉਹ ਤਾਂ ਹੋ ਗਿਆ ਮਲਟੀ ਪ੍ਰੋਗਰਾਮਿੰਗ। ਹੁਣ ਮਲਟੀਟਾਸਕਿੰਗ ਕੀ ਹੋ ਗਿਆ ਕਿ ਇੱਕ ਬੰਦਾ ਇੱਕ ਟਾਈਮ 'ਤੇ ਕਮਰੇ 'ਚ ਬੈਠੇਗਾ ਅਤੇ ਉਹੀ ਬੋਲੇਗਾ। ਜਦੋਂ ਦੂਸਰੇ ਨੇ ਬੋਲਣਾ ਤਾਂ ਪਹਿਲੇ ਨੇ ਕਮਰੇ ਤੋਂ ਬਾਹਰ ਆ ਜਾਣਾ, ਦੂਜੇ ਨੇ ਕਮਰੇ ਦੇ ਅੰਦਰ ਜਾਣਾ, ਉੱਥੇ ਜਾ ਕੇ ਦੂਜੇ ਨੇ ਬੋਲਣਾ, ਫਿਰ ਦੂਜਾ ਬਾਹਰ ਆਊਗਾ, ਫਿਰ ਪਹਿਲਾਂ ਅੰਦਰ ਜਾਊਗਾ। ਸਮਝ ਗਏ ਜੀ। ਇਸ ਤੋਂ ਵਧੀਆ ਐਗਜ਼ਾਮਪਲ ਹੁਣ ਮੇਰੇ ਦਿਮਾਗ 'ਚ ਨਹੀਂ ਆ ਰਹੀ, ਠੀਕ ਹੈ, ਸਮਝ ਜਾਇਓ ਇੱਥੋਂ, ਠੀਕ ਹੈ। ਹੁਣ ਇਹੀ ਗੱਲ ਦੇਖੋ ਕੀ ਕਹਿੰਦਾ, ਮੋਰ ਦੈਨ ਵਨ ਟਾਸਕ ਔਰ ਪ੍ਰੋਗਰਾਮ ਕਹਿ ਦਿਓ, ਟਾਸਕ ਕਹਿ ਦਿਓ, ਜੋਬ ਕਹਿ ਦਿਓ, ਪ੍ਰੋਸੈਸ ਕਹਿ ਦਿਓ, ਕਹਿੰਦਾ ਕੀ 'ਚ ਹੋਣਗੇ, ਰਿਸਾਈਡ ਇਨ ਦਾ ਮੇਨ ਮੈਮਰੀ ਐਟ ਏ ਸਿੰਗਲ ਪੁਆਇੰਟ ਆਫ ਟਾਈਮ। ਸਿੰਗਲ ਪੁਆਇੰਟ ਆਫ ਟਾਈਮ ਕਹਿ ਦਿਓ ਜਾਂ ਐਟ ਏ ਟਾਈਮ ਕਹਿ ਦਿਓ, ਠੀਕ ਹੈ, ਇੱਕੋ ਗੱਲ ਹੀ ਆ ਕਿ ਸਿੰਗਲ ਟਾਈਮ ਦੇ ਉੱਪਰ ਕੀ ਹੋਣਗੇ। ਆ ਦੇਖੋ ਡਾਇਗਰਾਮ ਦੇ ਵਿੱਚ ਵੀ ਕੀ ਆਪਰੇਟਿੰਗ ਸਿਸਟਮ ਹੁੰਦਾ ਰੈਮ ਦੇ ਵਿੱਚ, ਅਤੇ ਨਾਲ ਕੀ ਹੋ ਗਿਆ ਦੇਖੋ ਜੋਬ 1 2 3 4 5 ਅਪ ਟੂ N, ਜਿੰਨੀਆਂ ਮਰਜ਼ੀ ਜੋਬ ਹੋ ਸਕਦੀਆਂ ਸਿੰਗਲ ਟਾਈਮ 'ਤੇ ਕਿਹਦੇ ਵਿੱਚ ਹੋਣਗੀਆਂ, ਉਹ ਰੈਮ ਦੇ ਵਿੱਚ ਪਈਆਂ ਹੋਣਗੀਆਂ, ਠੀਕ ਹੈ। ਤਾਂ ਹੁਣ ਜਿਵੇਂ ਮੰਨ ਲਓ ਐਗਜ਼ਾਮਪਲ ਕੀ ਕਹਿੰਦਾ, ਐਗਜ਼ਾਮਪਲ ਕੀ ਹੈਗੀ ਆਪਣੇ ਕੋਲੇ, ਕਹਿੰਦਾ ਵੀ ਮੰਨ ਲਓ ਜਿਵੇਂ ਮੈਂ ਫਾਇਰਫੌਕਸ ਬਰਾਊਜ਼ਰ ਖੋਲ੍ਹਿਆ, ਕੋਈ ਵੀ ਵੈਬ ਬਰਾਊਜ਼ਰ ਚਾਹੇ ਕ੍ਰੋਮ ਖੋਲ੍ਹ ਲਓ, ਠੀਕ ਹੈ। ਫਾਇਰਫੌਕਸ ਬਰਾਊਜ਼ਰ ਖੋਲ੍ਹਿਆ, ਨਾਲ ਹੀ ਮੈਂ ਕੀ ਕੀਤਾ, ਐਕਸਲ ਖੋਲ੍ਹ ਲਿਆ, ਵਰਡ ਖੋਲ੍ਹ ਲਿਆ, ਪਾਵਰ ਪੁਆਇੰਟ ਖੋਲ੍ਹ ਲਿਆ, ਦੋਨੇ ਕੰਮ ਕੀ ਆ, ਇਕੱਠੇ ਹੋ ਰਹੇ ਆ। ਆਪਾਂ ਨੂੰ ਇੱਦਾਂ ਲੱਗਦਾ, ਲੇਕਿਨ ਇਕੱਠੇ ਨਹੀਂ ਹੁੰਦੇ, ਉਹਨੂੰ ਬੋਲਦੇ ਆ ਮਲਟੀ ਪ੍ਰੋਗਰਾਮਿੰਗ, ਠੀਕ ਹੈ। ਬਹੁਤ ਵਾਰੀ ਆਉਂਦਾ ਕੁਐਸਚਨ ਮਲਟੀ ਪ੍ਰੋਗਰਾਮਿੰਗ ਹੁੰਦੀ ਕੀ ਆ। ਤੁਹਾਡੀ ਹੈਲਪ ਵਾਸਤੇ ਦੇਖੋ ਮੈਂ ਫਿਰ ਵੀ ਤਿੰਨਾਂ 'ਚ ਡਿਫਰੈਂਸ ਲਿਖਤਾ। ਪਹਿਲਾਂ ਆਪਾਂ ਗੱਲ ਕਰਦੇ ਮਲਟੀ ਪ੍ਰੋਗਰਾਮਿੰਗ ਦੀ। ਮਲਟੀ ਪ੍ਰੋਗਰਾਮਿੰਗ ਕੀ ਆ, ਕਹਿੰਦਾ ਕੰਪਿਊਟਰ ਰਨਿੰਗ ਮੋਰ ਦੈਨ ਵਨ ਪ੍ਰੋਗਰਾਮ ਐਟ ਏ ਟਾਈਮ, ਲਾਈਕ ਜਿਵੇਂ ਕਹਿੰਦਾ ਐਕਸਲ ਅਤੇ ਫਾਇਰਫੌਕਸ ਇਕੱਠੇ ਚੱਲਦੇ ਆ। ਹੁਣ ਮਲਟੀ ਪ੍ਰੋਸੈਸਿੰਗ ਤਾਂ ਡਿਫਰੈਂਟ ਹੀ ਚੀਜ਼ ਆ। ਉਹਦੇ ਵਿੱਚ ਕੀ ਹੁੰਦਾ ਕਿ ਕਹਿੰਦਾ ਕੰਪਿਊਟਰ ਯੂਜ਼ਿੰਗ ਮੋਰ ਦੈਨ ਵਨ CPU। ਕਿਉਂ 1 CPU? ਕਿਉਂਕਿ ਉਹਦੇ ਵਿੱਚ ਕੀ ਅਲੱਗ-ਅਲੱਗ ਪ੍ਰੋਸੈਸਰ ਯੂਜ਼ ਕਰਨੇ ਆ, ਅਤੇ ਇੱਕ ਟਾਈਮ 'ਤੇ ਇੱਕ CPU ਦੇ ਵਿੱਚ ਇੱਕ ਹੀ ਪ੍ਰੋਸੈਸਰ ਹੁੰਦਾ। ਜਿਵੇਂ ਮੰਨ ਲਓ P1 P2 ਵਾਲੀ ਐਗਜ਼ਾਮਪਲ ਤੁਹਾਨੂੰ ਮੈਂ ਗੱਲ ਦਿੱਤੀ ਸੀਗੀ, ਦੋ CPU ਕੀ ਕਰਨਗੇ, ਸਿੰਗਲ ਮੈਮਰੀ ਸ਼ੇਅਰ ਕਰਨਗੇ, ਠੀਕ ਹੈ। ਅਤੇ ਮਲਟੀ ਟਾਸਕਿੰਗ ਆ ਗਿਆ, ਕਹਿੰਦਾ ਟਾਸਕ ਸ਼ੇਅਰਿੰਗ ਏ ਕੋਮਨ ਰਿਸੋਰਸ। ਹੁਣ ਟਾਸਕ ਰੈਮ ਨਹੀਂ, ਮੈਮਰੀ ਨਹੀਂ ਸ਼ੇਅਰ ਕਰ ਰਹੇ, ਕੀ ਕਰ ਰਹੇ ਆ, ਰਿਸੋਰਸ ਕੀ ਹੋ ਗਿਆ, ਜਿਵੇਂ ਤੁਹਾਨੂੰ ਪ੍ਰਿੰਟਰ ਹੋ ਗਿਆ, ਸਕੈਨਰ ਹੋ ਗਿਆ, CPU ਹੋ ਗਿਆ, ਕੀਬੋਰਡ ਹੋ ਗਿਆ, ਮਾਊਸ ਹੋ ਗਿਆ, ਠੀਕ ਹੈ। ਤਾਂ ਉਹ ਤੁਹਾਡੀ ਹੋ ਗਈ ਭਾਈ ਮਲਟੀਟਾਸਕਿੰਗ। ਜੇ ਹਜੇ ਵੀ ਸਮਝ ਨਹੀਂ ਆਇਆ ਤਾਂ ਤੁਹਾਡੀ ਹੈਲਪ ਵਾਸਤੇ ਮੈਂ ਫਿਰ ਵੀ ਦੇਖੋ ਇਹਦੇ ਉੱਪਰ ਮੈਂ ਬਹੁਤ ਫੋਕਸ ਕਰ ਰਿਹਾ ਤੁਹਾਨੂੰ ਸਮਝਾਉਣ ਵਾਸਤੇ, ਕਿਉਂਕਿ ਜਿਹੜੇ ਤਾਂ ਬੈਕਗਰਾਊਂਡ ਕੰਪਿਊਟਰ ਹੋਊਗਾ ਉਹ ਸਮਝ ਜਾਣਗੇ, ਦੂਜਿਆਂ ਵਾਸਤੇ ਥੋੜ੍ਹੀ ਜਿਹੀ ਡਿਫੀਕਲਟੀ ਹੋ ਸਕਦੀ ਹੈ ਸਮਝਣ ਵਾਸਤੇ ਕਿ ਮਲਟੀਟਾਸਕਿੰਗ ਅਤੇ ਮਲਟੀ ਪ੍ਰੋਗਰਾਮਿੰਗ ਹੁੰਦਾ ਕੀ ਆ, ਠੀਕ ਹੈ। ਕੰਮ ਦੋਨੇ ਇੱਕੋ ਹੀ ਆ, ਤੁਹਾਨੂੰ ਨਹੀਂ ਪਤਾ ਚੱਲੇਗਾ। ਤੁਸੀਂ ਕੰਮ ਕਰੋਗੇ ਤੁਹਾਨੂੰ ਇੱਦਾਂ ਹੀ ਮਤਲਬ ਲੱਗੂਗਾ ਕਿ ਮਲਟੀਟਾਸਕਿੰਗ ਹੋ ਰਹੀ ਹੈ ਜਾਂ ਮਲਟੀ ਪ੍ਰੋਗਰਾਮਿੰਗ ਹੋ ਰਹੀ ਹੈ। ਦੋਨੇ ਭੈਣ ਭਰਾ, ਤੁਹਾਨੂੰ ਮੈਂ ਪਹਿਲਾਂ ਹੀ ਕਹਿ ਰਿਹਾ 19-21 ਦਾ ਫਰਕ ਹੈ। ਪੜ੍ਹ ਲਓ ਫਿਰ ਵੀ ਇੱਕ ਵਾਰੀ, ਜੇ ਨਹੀਂ ਵੀ ਸਮਝ ਆਇਆ ਕੋਈ ਚੱਕਰ ਨਹੀਂ, ਇਹਦੇ ਉੱਪਰ ਕੁਐਸਚਨ ਡਾਇਰੈਕਟ ਹੀ ਆਏਗਾ ਕਿ ਮਲਟੀਟਾਸਕਿੰਗ ਹੁੰਦਾ ਕੀ ਹੈ। ਦੋਨਾਂ ਦੇ ਆਨਸਰ ਸੇਮ ਹੀ ਹੁੰਦੇ ਆ ਕਿ ਦੋਨੇ ਇੱਕ ਟਾਈਮ 'ਤੇ ਕੰਮ ਕਰਦੇ ਆ ਬਸ, ਠੀਕ ਹੈ। ਉਹ ਅੱਗੇ ਮੈਂ ਕੁਐਸਚਨ ਪਾਏ ਹੋਏ ਆ, ਤੁਹਾਨੂੰ ਸਮਝ ਆ ਜੂਗੀ। ਹੁਣ ਦੇਖ ਲਓ, ਪੜ੍ਹ ਲਓ ਲਾਈਨ ਨੂੰ, ਕਹਿੰਦਾ ਮਲਟੀਟਾਸਕਿੰਗ ਇਜ਼ ਏ ਲੌਜੀਕਲ ਐਕਸਟੈਂਸ਼ਨ ਆਫ ਏ ਮਲਟੀ ਪ੍ਰੋਗਰਾਮਿੰਗ। ਦੇਖੋ ਮਲਟੀਟਾਸਕਿੰਗ ਕਿੱਥੋਂ ਬਣਿਆ, ਮਲਟੀ ਪ੍ਰੋਗਰਾਮਿੰਗ ਤੋਂ ਹੀ ਬਣਿਆ ਹੋਇਆ ਹੈ, ਠੀਕ ਹੈ। ਹੁਣ ਡਿਫਰੈਂਸ ਕੀ ਹੈ ਇਹਦੇ ਵਿੱਚ, ਕਹਿੰਦਾ ਡਿਫਰੈਂਸ ਸਿਰਫ ਇੰਨਾ ਹੈ, ਜਿਹੜੀ ਮਲਟੀ ਪ੍ਰੋਗਰਾਮਿੰਗ ਆ ਉਹ ਕਿਤੇ ਵਰਕ ਕਰਦੀ ਆ
ਕੰਟੈਕਸਟ ਸਵਿਚਿੰਗ ਤੇ ਕੰਮ ਕਰਦੀ ਹੈ। ਦੱਸ ਦੇਣਾ ਕੰਟੈਕਸਟ ਸਵਿਚਿੰਗ ਕਿੰਦਾ ਕੀ ਹੈ। ਤੇ ਜਿਹੜੀ ਮਲਟੀਟਾਸਕਿੰਗ ਆ ਕਿਤੇ ਕੰਮ ਕਰਦੀ ਟਾਈਮ ਸ਼ੇਅਰਿੰਗ ਤੇ। ਦੇਖੋ ਟਾਈਮ ਸ਼ੇਅਰਿੰਗ ਤੁਹਾਨੂੰ ਮੈਂ ਦੱਸਤਾ, ਮੰਨ ਲਓ ਇਹ ਰੈਮ ਹੈ, ਠੀਕ ਹੈ। ਇਹ ਰੈਮ ਦੇ ਵਿੱਚ ਕੀ ਹੈ, ਅਲੱਗ-ਅਲੱਗ ਟਾਈਮ ਦੇਖੋ ਪਹਿਲਾਂ 1 ਨੰਬਰ ਆਇਆ, ਉਹ ਬਾਹਰ ਚਲਾ ਗਿਆ, ਫਿਰ 2 ਨੰਬਰ ਆਇਆ। ਦੇਖੋ ਟਾਈਮ ਸ਼ੇਅਰ ਕਰ ਰਹੇ ਨਾ, ਕੁਛ ਟਾਈਮ ਵਾਸਤੇ ਇਹ ਆ ਰਿਹਾ, ਕੁਛ ਟਾਈਮ ਵਾਸਤੇ ਇਹ ਆ ਰਿਹਾ। ਉਹ ਟਾਈਮ ਸ਼ੇਅਰਿੰਗ ਕਨਸੈਪਟ ਹੈ, ਕਿਹੜਾ ਮਲਟੀਟਾਸਕਿੰਗ ਹੈ। ਹੁਣ ਮਲਟੀ ਪ੍ਰੋਗਰਾਮਿੰਗ ਕੀ ਹੈ, ਉਹ ਕੰਟੈਕਸਟ ਸਵਿਚਿੰਗ ਤੇ ਕੰਮ ਕਰਦਾ। ਕੰਟੈਕਸਟ ਸਵਿਚਿੰਗ ਨਾ ਇੱਕ ਟੈਕਨੀਕਲ ਟਰਮ ਹੈ ਕੰਪਿਊਟਰ ਦੇ ਵਿੱਚ, ਉਹ ਆਪਰੇਟਿੰਗ ਸਿਸਟਮ ਯੂਜ਼ ਕਰਦਾ। ਕਹਿੰਦਾ ਕੰਟੈਕਸਟ ਸਵਿਚਿੰਗ ਹੁੰਦਾ ਕੀ ਹੈ, ਮੰਨ ਲਓ ਕਿ ਮੰਨ ਲਓ ਇੱਕ ਕੰਮ ਕਰਨਾ ਸੀਗਾ, ਠੀਕ ਹੈ। ਉਹ ਕੰਮ ਦਾ ਟਾਸਕ 1 ਕਰਨਾ ਸੀਗਾ, ਉਹਨੂੰ T1 ਲਿਖ ਲਿਆ ਮੈਂ। ਉਹਨੇ ਚੱਲਣਾ ਸੀਗਾ 5 ਸੈਕਿੰਡ ਵਾਸਤੇ। ਉਹਦਾ ਟੋਟਲ ਟਾਈਮ ਕੀ ਸੀਗਾ 5 ਸੈਕਿੰਡ ਵਾਸਤੇ। ਟੋਟਲ ਮਤਲਬ 5 ਸੈਕਿੰਡ ਲੈਣੇ ਸੀ ਜੇ ਚੱਲਣ ਵਾਸਤੇ ਉਹਨੇ, ਠੀਕ ਹੈ। ਤਾਂ ਕੀ ਆ, ਹੁਣ ਇੱਕ ਸੀਗਾ ਮੇਰਾ T2 ਨੇ ਚੱਲਣ ਵਾਸਤੇ ਲੈਣੇ ਸੀਗੇ 2 ਸੈਕਿੰਡ, ਠੀਕ ਹੈ ਜੀ, ਕਲੀਅਰ ਹੈ। ਹੁਣ T1 ਚੱਲਿਆ ਮੇਰਾ, ਹੁਣ ਕੀ ਆ T1 T2 ਲੈ ਲਏ ਮੈਂ। ਹੁਣ ਕੀ ਆ ਮੇਰਾ T1 ਚੱਲਿਆ ਮੇਰਾ ਚੱਲਿਆ ਸਿਰਫ 3 ਸੈਕਿੰਡ ਵਾਸਤੇ। ਉਸ ਤੋਂ ਬਾਅਦ ਕੀ ਆ ਗਿਆ, T2 ਦੀ ਵਾਰੀ ਆ ਗਈ। T2 ਕਹਿੰਦਾ ਮੈਂ ਚੱਲੂੰਗਾ ਹੁਣ, ਠੀਕ ਹੈ। ਉਹ ਚੱਲ ਗਿਆ 2 ਸੈਕਿੰਡ ਵਾਸਤੇ, ਹੈ ਨਾ। ਇਹ ਤਾਂ ਕੰਪਲੀਟ ਹੋ ਗਿਆ 2 ਸੈਕਿੰਡ, ਕਿਉਂਕਿ ਇਹਦੀ ਵਾਰੀ 2 ਸੈਕਿੰਡ ਦੀ ਸੀਗੀ, ਟੋਟਲ ਚੱਲਣਾ ਹੀ 2 ਸੈਕਿੰਡ ਸੀਗਾ। ਹੁਣ ਇਹਦੇ 5 ਸੈਕਿੰਡ ਸੀਗਾ, ਲੇਕਿਨ ਚੱਲਿਆ ਕਿੰਨਾ 3 ਸੈਕਿੰਡ ਚੱਲਿਆ। 3 ਸੈਕਿੰਡ ਚੱਲਿਆ, ਰਹਿ ਕਿੰਨਾ ਗਿਆ 2 ਸੈਕਿੰਡ। ਹੁਣ ਕਦੋਂ ਚੱਲੂਗਾ, ਜਦੋਂ T2 ਖਤਮ ਹੋ ਜਾਏਗਾ। ਤਾਂ ਇਸ ਤੋਂ ਬਾਅਦ ਕਿਹਦੀ ਵਾਰੀ ਆ ਜਾਊਗੀ, ਫਿਰ T1 ਦੀ ਵਾਰੀ ਆ ਜਾਊਗੀ। ਜਿੰਨਾ ਟਾਈਮ ਰਹਿ ਗਿਆ ਉਹਨਾਂ ਚੱਲ ਜੂਗਾ, ਠੀਕ ਹੈ। ਇਹ ਹੁੰਦੀ ਕੰਟੈਕਸਟ ਸਵਿਚਿੰਗ। ਜਿੱਥੋਂ ਬੰਦ ਹੋਇਆ ਉੱਥੇ ਚੱਲੇਗਾ। ਇਹ ਨਹੀਂ ਕਿ ਅਗਰ ਇਹ 3 ਚੱਲ ਗਿਆ ਤਾਂ ਦੁਬਾਰਾ ਜੋ ਚੱਲੂਗਾ ਫਿਰ 1 ਤੋਂ ਚੱਲੂਗਾ, ਨਹੀਂ। ਜਿੱਥੇ ਬੰਦ ਹੋਇਆ 3 ਤੇ ਉੱਥੋਂ ਹੀ ਚੱਲੇਗਾ, ਠੀਕ ਹੈ। ਇਹਨੂੰ ਕਹਿੰਦੇ ਕੰਟੈਕਸਟ ਸਵਿਚਿੰਗ। ਪੜ੍ਹ ਲਓ ਕੀ ਹੁੰਦਾ। ਕਹਿੰਦਾ ਇਜ਼ ਦਾ ਪ੍ਰੋਸੈਸ ਆਫ ਸਟੋਰਿੰਗ ਦਾ ਸਟੇਟ ਆਫ ਏ ਪ੍ਰੋਸੈਸ ਔਰ ਅ ਥ੍ਰੈਡ। ਪ੍ਰੋਸੈਸ ਥ੍ਰੈਡ ਭਾਈ ਜੋਬ ਦਾ, ਜਿਹਨੂੰ ਜੋਬ ਕਹਿ ਦਿੰਦੇ ਆ, ਪ੍ਰੋਸੈਸ ਕਹਿ ਦਿੰਦੇ ਆ, ਪ੍ਰੋਗਰਾਮ ਕਹਿ ਦਿੰਦੇ, ਇੱਕੋ ਗੱਲ ਹੀ ਆ, ਠੀਕ ਹੈ। ਇਹ ਟੈਕਨੀਕਲ ਵਰਡਸ ਆ, ਟਰਮਸ ਆ ਜਿਹੜੀਆਂ ਕੰਪਿਊਟਰ ਵਿੱਚ ਯੂਜ਼ ਹੁੰਦੀਆਂ। ਕਹਿੰਦਾ ਸਟੋਰਿੰਗ ਦਾ ਸਟੇਟ ਆਫ ਏ ਪ੍ਰੋਸੈਸ ਔਰ ਥ੍ਰੈਡ ਸੋ ਦੈਟ ਇਟ ਕੈਨ ਰੀਸਟੋਰ ਐਂਡ ਰਿਜ਼ਿਊਮ ਐਗਜ਼ੀਕਿਊਸ਼ਨ। ਜਿੱਥੋਂ ਬੰਦ ਹੋਇਆ ਉੱਥੇ ਐਗਜ਼ੀਕਿਊਸ਼ਨ ਆਪਣੀ ਸਟਾਰਟ ਕਰ ਦੂਗਾ, ਠੀਕ ਹੈ ਭਾਈ। ਇਹ ਮਲਟੀ ਪ੍ਰੋਗਰਾਮਿੰਗ ਤੇ ਮਲਟੀਟਾਸਕਿੰਗ ਦੇ ਵਿੱਚ ਡਿਫਰੈਂਸ ਹੈ, ਠੀਕ ਹੈ। ਜੇ ਸਮਝ ਆ ਗਿਆ ਤਾਂ ਵੀ ਠੀਕ ਹੈ, ਨਹੀਂ ਆਇਆ ਤਾਂ ਵੀ ਕੋਈ ਚੱਕਰ ਨਹੀਂ ਗਾ। ਇਹਦੇ ਵਿੱਚ ਇੰਨੀ ਗੱਲਬਾਤ ਨਹੀਂ ਹੈਗੀ, ਠੀਕ ਹੈ। ਦੋਨਾਂ ਦੇ ਆਨਸਰ ਬੇਸਿਕਲੀ ਸੇਮ ਜਿਹੇ ਹੁੰਦੇ ਆ, ਠੀਕ ਹੈ। ਅੱਗੇ ਪੜ੍ਹ ਲਓ। ਹੁਣ ਦੇਖੋ, ਹੁਣ ਆਪਾਂ ਜਿਹੜਾ ਚੀਜ਼ ਪੜ੍ਹਨੀ ਆ, ਜਿਹੜੀ ਮੇਨ ਚੀਜ਼ ਆਪਾਂ ਪੜ੍ਹਨੀ ਆ, ਦੇਖੋ ਇਹਦੇ ਸਿਰਫ ਆਪਾਂ ਨੂੰ ਨਾਮ ਪਤਾ ਹੋਣੇ ਚਾਹੀਦੇ ਆ ਬਸ। ਮਤਲਬ ਆਪਾਂ ਮੋਟਾ ਹੀ ਪੜ੍ਹਨਾ ਵੀ ਹੁੰਦਾ ਕੀ ਹੈ। ਦੇਖੋ ਜੇ ਤਾਂ ਆਪਾਂ ਡੀਪਲੀ ਚਲੇ ਗਏ ਤਾਂ ਬਹੁਤ ਜ਼ਿਆਦਾ ਵੱਡਾ ਇਹ ਟੌਪਿਕ ਹੈਗਾ, ਨਾ ਹੀ ਪੇਪਰਾਂ 'ਚ ਇੰਨਾ ਆਉਂਦਾ ਹੈ, ਮਤਲਬ ਕਿ ਉਹਨਾਂ ਡੀਪਲੀ ਨਹੀਂ ਆਊਗਾ। ਜੇ ਆਊਗਾ ਤਾਂ ਵੱਧ ਤੋਂ ਵੱਧ ਪੁੱਛ ਲੈਣਗੇ। ਦੇਖੋ ਕੁਐਸਚਨ ਕਿਵੇਂ ਆਉਂਦਾ ਤੁਹਾਨੂੰ ਮੈਂ ਦੱਸ ਦਿੰਦਾ। ਪੁੱਛ ਲੈਂਦੇ ਆ ਵਾਟ ਇਜ਼ ਦਾ ਫੁੱਲ ਫਾਰਮ ਆਫ FCFS, ਠੀਕ ਹੈ। ਇਹ ਹੁੰਦਾ ਫਸਟ ਕਮ ਫਸਟ ਸਰਵ। ਜਿਵੇਂ ਆਪਾਂ ਬੈਂਕ 'ਚ ਜਾਂਦੇ ਹਾਂ, ਮੰਨ ਲਓ ਬੈਂਕ 'ਚ ਲਾਈਨ 'ਚ ਲੱਗ ਗਏ, ਤੁਹਾਨੂੰ ਮੈਂ ਕੱਲ੍ਹ ਵੀ ਦੱਸਿਆ ਸੀਗਾ। ਮੰਨ ਲਓ 4 ਬੰਦੇ ਲਾਈਨ 'ਚ ਲੱਗੇ ਆ, ਜਿਹੜਾ ਪਹਿਲੇ ਨੰਬਰ 'ਤੇ ਆਇਆ ਬੰਦਾ ਪਹਿਲਾਂ ਉਹ ਕੰਮ ਕਰਾਊਗਾ, ਫਿਰ ਦੂਜੇ ਨੰਬਰ ਵਾਲਾ ਕੰਮ ਕਰਾਊਗਾ, ਫਿਰ ਤੀਜੇ ਵਾਲਾ, ਫਿਰ ਚੌਥੇ ਵਾਲਾ, ਸੋ ਔਨ, ਠੀਕ ਹੈ। ਉਹ ਫਸਟ ਕਮ ਫਸਟ ਸਰਵ ਹੁੰਦਾ, ਠੀਕ ਹੈ। ਸਾਰੇ ਪੜ੍ਹਨੇ ਆ ਆਪਾਂ ਬਸ। ਇਹ ਫੁੱਲ ਫਾਰਮ ਪੁੱਛ ਲੈਂਦੇ ਆ, ਵੱਧ ਤੋਂ ਵੱਧ ਇੱਕ ਲਾਈਨ ਦੀ ਪੁੱਛ ਲੈਣਗੇ ਕਿ ਵਿੱਚ ਹੁੰਦਾ ਕੀ ਆ। ਬਸ ਆਪਾਂ ਇੱਕ ਲਾਈਨ ਹੀ ਪੜ੍ਹਨੀ ਆ, ਠੀਕ ਹੈ। ਹੁਣ ਦੇਖੋ ਉਸਦੇ ਵਿੱਚ, ਠੀਕ ਹੈ। ਹੁਣ ਆਹ ਦੇਖੋ, ਕਹਿੰਦਾ ਇੱਕ ਕੁਐਸਚਨ ਆਇਆ ਹੋਇਆ, ਕਹਿੰਦਾ ਦਾ ਸਵਿਚਿੰਗ ਆਫ ਦਾ CPU ਫਰੋਮ ਵਨ ਪ੍ਰੋਸੈਸ ਟੂ ਅਨਦਰ ਪ੍ਰੋਸੈਸ, ਥ੍ਰੈਡ ਜਾਂ ਪ੍ਰੋਸੈਸ ਤੋਂ। ਕਹਿੰਦਾ ਵੀ ਮੰਨ ਲਓ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਆ ਰੈਮ ਆ, CPU ਆ, ਆਹ ਹਾਰਡ ਡਿਸਕ ਹੈ। ਜਦੋਂ 1 ਨੰਬਰ ਪ੍ਰੋਸੈਸ ਇੱਥੇ ਪਿਆ, ਦੂਜਾ ਨੰਬਰ ਇੱਥੇ ਪਿਆ, ਜਦੋਂ ਇਹ ਇੱਥੋਂ ਬੰਦ ਹੋਊਗਾ ਇਹ ਇੱਥੇ ਔਨ ਹੋ ਜਾਏਗਾ, 2 ਨੰਬਰ ਆ ਜਾਏਗਾ। ਫਿਰ 2 ਨੰਬਰ ਬਾਹਰ ਜਾਵੇਗਾ, 1 ਨੰਬਰ ਆ ਜਾਏਗਾ। ਮਤਲਬ ਦੇਖੋ ਸਵਿਚ ਔਨ ਸਵਿਚ ਆਫ ਹੁੰਦੇ ਆ। ਤਾਂ ਉਹਨੂੰ ਕਹਿੰਦੇ ਕੀ ਆ, ਉਹਨੂੰ ਪ੍ਰੋਸੈਸ ਵਿੱਚ ਵੀ ਕਹਿ ਸਕਦੇ ਆ, ਟਾਸਕ ਵਿੱਚ ਵੀ ਕਹਿ ਸਕਦੇ ਆ, ਕੰਟੈਕਸਟ ਵਿੱਚ ਵੀ ਕਹਿ ਦਿੰਦੇ ਆ। ਕੰਟੈਕਸਟ ਵਿੱਚ ਤੁਹਾਨੂੰ ਦੱਸਿਆ ਨਾ, ਜਿੱਥੋਂ ਬੰਦ ਹੋਇਆ ਉੱਥੇ ਸ਼ੁਰੂ ਹੋਊਗਾ। ਤਾਂ ਇਹਦਾ ਆਨਸਰ ਆ ਜਾਊਗਾ ਭਾਈ D, ਆਲ ਆਫ ਮੈਂਸ਼ਨ ਜਾਂ ਆਲ ਆਫ ਅਬਵ, ਠੀਕ ਹੈ। ਕਲੀਅਰ ਹੈ ਭਾਈ। ਇਹਦੇ ਵਿੱਚ ਦੇਖੋ ਬਹੁਤ ਹੀ ਡੀਪਲੀ ਕੁਐਸਚਨ ਆ ਜਿਹੜੇ ਤੁਹਾਨੂੰ ਮੈਂ ਕਰਵਾ ਰਿਹਾ ਅੱਜ, ਠੀਕ ਹੈ। ਨਾ ਤਾਂ ਤੁਸੀਂ ਪੜ੍ਹੇ ਹੋਣੇ ਪਹਿਲਾਂ, ਨਾ ਹੀ ਤੁਸੀਂ ਪੜ੍ਹਨੇ ਆ, ਲੇਕਿਨ ਆਪਾਂ ਕੀ ਕਰਨਾ ਤੁਹਾਨੂੰ ਮੈਂ ਪਹਿਲਾਂ ਦੱਸਾਂ, ਆਪਾਂ ਸ਼ਿਖਰ ਵਾਲੇ ਲੈਵਲ 'ਤੇ ਬੈਠੇ ਹਾਂ। ਆਪਾਂ ਨੂੰ ਹੁਣ ਜਿਹੜਾ ਮਰਜ਼ੀ ਕੁਐਸਚਨ ਆਦੇ ਆਪਾਂ ਚੁਟਕੀਆਂ ਦੇ ਵਿੱਚ ਕਰ ਦੇਣਾ ਪੇਪਰ ਦੇ ਵਿੱਚ, ਠੀਕ ਹੈ। ਹੁਣ ਆਹ ਜਿਹੜੀ ਸਲਾਈਡ ਹੈ ਨਾ, ਇਹਦੇ ਵਿੱਚੋਂ ਮੈਕਸੀਮਮ ਕੁਐਸਚਨ ਆਉਂਦੇ ਆ ਗੌਰਮੈਂਟ ਐਗਜ਼ਾਮ ਦੇ ਵਿੱਚ, ਆਪਣੇ ਪੰਜਾਬ ਗੌਰਮੈਂਟ ਐਗਜ਼ਾਮ ਦੇ ਵਿੱਚ। ਆਹ ਬਹੁਤ ਵਾਰੀ ਕੁਐਸਚਨ ਆਉਂਦਾ ਸੀਕ ਟਾਈਮ। ਹੁਣ ਇਹ ਟਾਈਮ ਹੁੰਦੇ ਆ, ਦੇਖੋ CPU ਦੇ ਵਿੱਚ ਕੀ ਹੁੰਦਾ, ਟਾਈਮਸ ਹੁੰਦੇ ਆ ਵੀ ਜਦੋਂ ਹੁਣ ਮੰਨ ਲਓ ਇੱਕ ਪ੍ਰੋਸੈਸ ਮੈਮਰੀ 'ਚ ਪਿਆ ਹੈ, ਦੂਜਾ ਕੀ ਕਰ ਰਿਹਾ, ਵੇਟ ਕਰ ਰਿਹਾ, ਤੀਜਾ ਵੀ ਵੇਟ ਕਰ ਰਿਹਾ। ਇੱਕ ਟਾਈਮ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਇੱਕ ਟਾਈਮ 'ਤੇ ਇੱਕ ਹੀ ਚੱਲੇਗਾ, ਹੈ ਨਾ। ਇਹ ਸਾਰੇ ਉਹਨਾਂ ਦੇ ਮਤਲਬ ਸਟੇਟ ਹੈ ਕਿ ਉਹ ਮਤਲਬ ਵੇਟਿੰਗ ਦੇ ਵਿੱਚ ਹੈ, ਮਤਲਬ ਡੈਡ ਹੋ ਗਿਆ। ਵੇਟਿੰਗ ਦਾ ਮਤਲਬ, ਡੈਡ ਦਾ ਮਤਲਬ ਹੁੰਦਾ ਕਿ ਕਾਫੀ ਦੇਰ ਵੇਟ ਕਰਦਾ ਰਿਹਾ। ਉਹਨੂੰ ਦੇਖਿਆ ਮੇਰੀ ਤਾਂ ਵਾਰੀ ਨਹੀਂ ਆਉਂਦੀ, ਉਹ ਬਸ ਮਰ ਹੀ ਗਿਆ ਵਿਚਾਰਾ, ਠੀਕ ਹੈ। ਉਹ ਕਾਫੀ ਸਟੇਟਸ ਹੁੰਦੀਆਂ। ਦੇਖੋ ਮੈਂ ਡਾਇਗਰਾਮ ਜਾਣ ਕੇ ਨਹੀਂ ਇੱਥੇ ਪਾਈ, ਕਿਉਂਕਿ ਤੁਸੀਂ ਕਨਫਿਊਜ਼ ਹੋ ਜਾਓਗੇ। ਸਿਰਫ ਤੁਹਾਡਾ ਕੰਮ ਕੀ, ਆਪਾਂ ਬਸ ਇਹ ਚੀਜ਼ ਪੜ੍ਹਨੀ ਆ, ਠੀਕ ਹੈ। ਵੀ ਟਾਈਮਾਂ ਨੂੰ ਕਹਿੰਦੇ ਕੀ ਆ। ਪਹਿਲਾਂ ਤਾਂ ਦੇਖੋ CPU ਯੂਟੀਲਾਈਜੇਸ਼ਨ, ਇਹਦਾ ਮਤਲਬ ਕੀ ਹੁੰਦਾ। ਕਹਿੰਦਾ ਵੀ CPU ਨੂੰ ਵੱਧ ਤੋਂ ਵੱਧ ਆਪਾਂ ਬਿਜ਼ੀ ਰੱਖ ਸਕੀਏ, ਠੀਕ ਹੈ। ਜਿਵੇਂ ਮੰਨ ਲਓ ਆਪਾਂ ਕਹਿੰਦੇ ਆਪਾਂ ਦਿਹਾੜੀਆ ਕੋਈ ਬੰਦਾ ਲੈ ਕੇ ਆਣੇ ਆ, ਘਰੇ ਦਿਹਾੜੀ 'ਤੇ ਲੈ ਕੇ ਆਏ, ਆਪਾਂ ਕਹਿੰਦੇ ਇਹਦੇ ਤੋਂ ਵੱਧ ਤੋਂ ਵੱਧ ਕੰਮ ਕਰਾਉਣਾ ਹੈ। ਬਸ ਉਹੀ ਕੰਮ ਆ ਵੀ CPU ਨੂੰ ਆਪਾਂ ਦਿਹਾੜੀ 'ਤੇ ਲੈ ਆਏ, ਆਪਾਂ ਕਹਿੰਦੇ ਵੀ ਇਹਨੂੰ ਦੱਬ ਕੇ ਕੰਮ ਕਰਾਓ, ਜਿੰਨੀ ਦੇਰ ਬਿਜ਼ੀ ਰੱਖ ਸਕਦੇ ਇਹਨੂੰ ਰੱਖੋ, ਬਸ ਉਹਨੂੰ ਕਹਿੰਦੇ CPU ਯੂਟੀਲਾਈਜੇਸ਼ਨ, ਠੀਕ ਆ। ਵੱਧ ਤੋਂ ਵੱਧ ਇਹਦਾ ਫਾਇਦਾ ਚੱਕ ਲਓ, ਠੀਕ ਹੈ ਜੀ। ਜਿਵੇਂ ਮੰਨ ਲਓ ਹੁਣ ਤੁਸੀਂ ਕਹਿ ਦਿੰਦੇ ਸਰ ਵੱਧ ਤੋਂ ਵੱਧ ਵੀਡੀਓ ਪਾਓ, ਤੁਸੀਂ ਮੇਰਾ ਫਾਇਦਾ ਚੱਕ ਰਹੇ ਹੋ, ਠੀਕ ਹੈ। ਬਸ ਉਹੀ ਗੱਲ ਹੈ, ਠੀਕ ਹੈ। ਮਜ਼ਾਕ ਦੇ ਵਿੱਚ ਕਹਿ ਰਿਹਾ, ਠੀਕ ਹੈ, ਮਾਈਂਡ ਨਾ ਕਰਿਓ। ਮਤਲਬ ਸਮਝਾਉਣ ਦਾ ਤਰੀਕਾ ਹੀ ਹੈ। ਇੱਕ ਗੱਲ ਯਾਦ ਰਹਿ ਜਾਂਦੀ ਹੈ, ਸਟਰਾਈਕ ਕਰ ਜਾਂਦੀ ਹੈ ਦਿਮਾਗ ਦੇ ਵਿੱਚ ਪੇਪਰਾਂ ਦੇ ਵਿੱਚ, ਜੇ ਕੋਈ ਗੱਲ ਆਪਾਂ ਮਜ਼ਾਕ 'ਚ ਕਹੀ ਹੋਵੇ, ਠੀਕ ਹੈ। ਅਗਲੀ ਗੱਲ ਦੇਖੋ, ਟਰਨ ਅਰਾਊਂਡ ਟਾਈਮ।
ਟਰਨ ਅਰਾਊਂਡ ਟਾਈਮ ਕੀ ਕਹਿੰਦਾ, ਕਹਿੰਦਾ ਅਮਾਊਂਟ ਆਫ ਟਾਈਮ ਟੂ ਐਗਜ਼ੀਕਿਊਟ ਅ ਪਾਰਟਿਕੂਲਰ ਪ੍ਰੋਸੈਸ। ਠੀਕ ਹੈ, ਪਾਰਟਿਕੂਲਰ ਪ੍ਰੋਸੈਸ ਨੂੰ ਪੂਰਾ ਟਾਈਮ ਜਿਹੜਾ ਐਗਜ਼ੀਕਿਊਟ ਹੋਣ ਤੇ ਲੱਗਦਾ, ਜਿੱਥੋਂ ਮੰਨ ਲਓ ਇਹਦੀ ਵਾਰੀ ਆਈ ਸੀਗੀ, ਮੰਨ ਲਓ 10 ਵਜੇ ਮੇਰੀ ਵਾਰੀ ਆਈ, ਤਾਂ ਮੇਰਾ 10 ਵਜੇ ਵਾਰੀ ਆਈ, ਵਿੱਚੋਂ ਚਾਹੇ ਮੈਨੂੰ ਵੇਟ ਕਰਨੀ ਪਈ, ਜੋ ਮਰਜ਼ੀ ਕਰਨਾ ਪਿਆ, 11 ਵਜੇ ਮੇਰੀ ਵਾਰੀ ਖਤਮ ਹੋਈ ਬੈਂਕ ਦੇ ਵਿੱਚ ਜਾ ਕੇ, ਤਾਂ ਟਰਨ ਅਰਾਊਂਡ ਟਾਈਮ ਕੀ ਹੋ ਗਿਆ, 10 ਵਜੇ ਤੋਂ ਲੈ ਕੇ 11 ਵਜੇ ਤੱਕ ਜਿੰਨਾ ਟੋਟਲ ਟਾਈਮ ਲੱਗਾ ਮੈਨੂੰ ਸ਼ੁਰੂ ਹੋਣ ਤੇ ਖਤਮ ਹੋਣ ਤੇ, ਉਹ ਟਰਨ ਅਰਾਊਂਡ ਟਾਈਮ ਹੁੰਦਾ ਹੈ। ਵੀ ਟੋਟਲ ਟਾਈਮ ਚਾਹੇ ਵਿੱਚ ਚਾਹੇ ਮੈਂ ਵੇਟ ਕੀਤੀ, ਚਾਹੇ ਮੈਂ ਵਿਹਲਾ ਬੈਠਾ, ਚਾਹੇ ਮੈਂ ਰੋਟੀ ਖਾਧੀ, ਚਾਹ ਪੀਤੀ, ਪਾਣੀ ਪੀਤਾ, ਉਹ ਮੇਰੀ ਮਰਜ਼ੀ। ਠੀਕ ਹੈ, ਜਿੰਨਾ ਟਾਈਮ ਮੈਨੂੰ ਲੱਗਾ ਕੰਮ ਖਤਮ ਹੋਣ 'ਚ, ਜਿਹੜਾ ਮੇਰਾ ਪ੍ਰਾਇਮਰੀ ਕੰਮ ਸੀਗਾ, ਜਿਹੜੇ ਕੰਮ ਮੈਂ ਬੈਂਕ 'ਚ ਗਿਆ ਸੀਗਾ, ਠੀਕ ਹੈ, ਉਹ ਟਰਨ ਅਰਾਊਂਡ ਟਾਈਮ ਹੋ ਗਿਆ। ਹੁਣ ਵੇਟਿੰਗ ਟਾਈਮ ਦਾ ਨਾਮ ਤੋਂ ਹੀ ਕਲੀਅਰ ਹੈ, ਕਹਿੰਦਾ ਜਿਹੜਾ ਪ੍ਰੋਸੈਸ ਨੂੰ ਵੇਟ ਕਰਨ ਵਾਸਤੇ, ਹੁਣ ਕਿਊ 'ਚ ਲੱਗਾ ਮੈਂ, ਮੰਨ ਲਓ ਆ 2 3 ਮੰਨ ਲਓ 3 ਨੰਬਰ ਸੀਗਾ ਮੇਰਾ। ਹੁਣ ਪਹਿਲੇ 2 ਬੰਦਿਆਂ ਨੇ ਜਿੰਨੀ ਦੇਰ ਕੰਮ ਨਹੀਂ ਕਰਾਇਆ, ਜਿੰਨਾ ਟਾਈਮ ਇਹਨਾਂ ਨੂੰ ਲੱਗਾ, ਮੰਨ ਲਓ ਇਹਨਾਂ ਨੂੰ ਲੱਗਾ 30 ਮਿੰਟ ਲੱਗੇ ਇਹਨਾਂ ਨੂੰ, ਮਤਲਬ ਅੱਧਾ ਘੰਟਾ ਲੱਗਾ, ਤਾਂ ਮੇਰਾ ਵੇਟਿੰਗ ਟਾਈਮ ਕੀ ਹੋ ਗਿਆ, ਅੱਧਾ ਘੰਟਾ ਹੋ ਗਿਆ। ਠੀਕ ਹੈ ਜੀ। ਹੁਣ ਆ ਗਿਆ ਜੀ ਰਿਸਪੌਂਸ ਟਾਈਮ। ਇਹਦੇ ਵਿੱਚ ਬੱਚੇ ਕਨਫਿਊਜ਼ ਹੁੰਦੇ। ਰਿਸਪੌਂਸ ਟਾਈਮ ਦਾ ਮਤਲਬ ਹੁੰਦਾ ਹੈ ਕਿ ਇਹ ਨਹੀਂ ਕਿ ਕੰਮ ਖਤਮ ਹੋ ਗਿਆ। ਰਿਸਪੌਂਸ ਟਾਈਮ ਦਾ ਕੰਮ ਹੁੰਦਾ ਮਤਲਬ ਹੁੰਦਾ ਹੈ ਕਿ ਮੰਨ ਲਓ 3 ਬੰਦੇ ਲਾਈਨ 'ਚ ਲੱਗੇ ਸੀਗੇ, ਠੀਕ ਹੈ। ਹੁਣ ਬੈਂਕ ਵਾਲੇ ਵੈਸੇ ਪੁੱਛ ਲੈਂਦੇ ਭਾਈ ਹਾਂ ਤੇਰਾ ਕੀ ਕੰਮ ਆ, ਇਹ ਕਹਿੰਦਾ ਵੀ ਮੈਂ 10,000 ਰੁਪਏ ਜਮ੍ਹਾਂ ਕਰਾਉਣਾ, ਇਹ ਕਹਿੰਦਾ ਤੇਰਾ ਕੰਮ ਕੀ ਆ, ਕਹਿੰਦਾ ਮੈਂ 100 ਰੁਪਏ ਜਮ੍ਹਾਂ ਕਰਾਉਣਾ, ਮਤਲਬ ਚਲੋ 500 ਰੁਪਏ ਜਮ੍ਹਾਂ ਕਰਾਉਣਾ, ਇਹ ਕਹਿੰਦਾ ਮੈਂ 100 ਰੁਪਏ ਜਮ੍ਹਾਂ ਕਰਾਉਣਾ, ਕਹਿੰਦਾ ਚੱਲ ਯਾਰ ਆ ਜਾ ਤੂੰ ਪਹਿਲਾਂ ਆ ਜਾ, ਹੈ ਨਾ। ਮਤਲਬ ਜਦੋਂ ਆਪਾਂ ਨੂੰ ਰਿਸਪੌਂਸ ਮਿਲ ਗਿਆ ਕਿ ਪਹਿਲੀ ਵਾਰ ਜਦੋਂ ਆਪਾਂ ਨੂੰ ਰਿਸਪੌਂਸ ਮਿਲਿਆ CPU ਤੋਂ ਵੀ ਕਿਹੜੇ ਪ੍ਰੋਸੈਸ ਨੂੰ ਰਿਸਪੌਂਸ ਮਿਲਿਆ, ਪਹਿਲਾਂ ਤੂੰ ਆ ਜਾ, ਠੀਕ ਹੈ, ਤਾਂ ਠੀਕ ਹੈ, ਉਹਨੂੰ ਕਹਿੰਦੇ ਰਿਸਪੌਂਸ ਟਾਈਮ। ਆਹ ਦੇਖ ਪੜ੍ਹ ਲਓ ਇੱਕ ਵਾਰੀ, ਕਹਿੰਦਾ ਅਮਾਊਂਟ ਆਫ ਟਾਈਮ ਇਟ ਟੇਕਸ ਫਰੋਮ ਵੈਨ ਦਾ ਰਿਕੁਐਸਟ ਵਾਜ ਸਬਮਿਟਡ। ਰਿਕੁਐਸਟ ਮੈਂ ਸਬਮਿਟ ਕਰਤੀ, ਮੈਂ ਲਾਈਨ 'ਚ ਜਾ ਕੇ ਖੜਾ ਹੋ ਗਿਆ ਵੀ ਮੇਰੀ ਵਾਰੀ ਆਊਗੀ। ਉਵੇਂ ਪ੍ਰੋਸੈਸ ਕੀ ਕਰਦਾ, ਰਿਕੁਐਸਟ ਕਰਦਾ CPU ਨੂੰ ਕਿ ਮੈਨੂੰ ਚੱਲਣ ਦੀ ਆਗਿਆ ਦਿੱਤੀ ਜਾਵੇ। ਅਨਟਿਲ ਦਾ ਕਹਿੰਦਾ ਫਸਟ ਰਿਸਪੌਂਸ ਇਜ਼ ਪ੍ਰੋਡਿਊਸ ਨਾਟ ਆਊਟਪੁੱਟ। ਠੀਕ ਹੈ, ਆਊਟਪੁੱਟ ਨਹੀਂ ਕਿ ਖਤਮ ਹੋ ਗਿਆ ਉਹ, ਰਿਸਪੌਂਸ ਮਤਲਬ ਕਦੋਂ CPU ਕਹੇਗਾ ਕਿ ਤੇਰੀ ਵਾਰੀ ਬਈ, ਮੰਨ ਲਓ ਵੀ ਬੈਂਕ ਖੁੱਲ੍ਹਾ, ਮੰਨ ਲਓ ਮੈਂ 9 ਵਜੇ ਜਾ ਕੇ ਖੜਾ ਹੋ ਗਿਆ ਲਾਈਨ ਦੇ ਵਿੱਚ, ਉੱਥੇ ਸਿਕਿਉਰਿਟੀ ਗਾਰਡ ਕਹਿੰਦਾ ਭਾਈ 10 ਵਜੇ ਖੁੱਲੂਗਾ ਬੈਂਕ, ਆਪਾਂ ਨੂੰ ਰਿਸਪੌਂਸ ਕਦੋਂ ਮਿਲੂਗਾ, 10 ਵਜੇ ਪਹਿਲਾਂ ਰਿਸਪੌਂਸ ਮਿਲੂਗਾ। ਪਹਿਲਾਂ ਜਦੋਂ 10 ਵਜੇ ਇਹ ਚੱਲੂਗਾ, ਫਿਰ ਇਹ ਚੱਲੂਗਾ। ਰਿਸਪੌਂਸ ਕਦੋਂ ਮਿਲਿਆ, ਮੈਨੂੰ 10 ਵਜੇ ਮਿਲਿਆ। ਕਲੀਅਰ ਹੈ ਜੀ। ਬਹੁਤ ਸੌਖੇ ਢੰਗ ਨਾਲ ਤੁਹਾਨੂੰ ਸਮਝਾਇਆ ਮੈਂ। ਬੈਂਕ ਵਾਲੀ ਐਗਜ਼ਾਮਪਲ ਹੀ ਸਭ ਤੋਂ ਬੈਸਟ ਹੈ, ਤਾਂ ਉਹ ਦਿਮਾਗ 'ਚ ਯਾਦ ਰੱਖਿਓ। ਹੁਣ ਆ ਗਿਆ ਭਾਈ ਸੀਕ ਟਾਈਮ। ਸੀਕ ਟਾਈਮ ਸਭ ਤੋਂ ਬੈਸਟ ਹੁੰਦਾ, ਮਤਲਬ ਬਹੁਤ ਵਾਰੀ ਕੁਐਸਚਨ ਆਉਂਦਾ ਸੀਕ ਟਾਈਮ ਹੁੰਦਾ ਕੀ ਆ। ਦੇਖੋ ਕਹਿੰਦਾ ਹਾਊ ਲੌਂਗ ਇਟ ਟੇਕ ਦਾ ਰੀਡ ਰਾਈਟ ਹੈਡ ਔਨ ਦਾ ਹਾਰਡ ਡਿਸਕ ਟੂ ਮੂਵ ਫਰੋਮ ਵਨ ਟਰੈਕ ਟੂ ਅਨਦਰ ਟਰੈਕ। ਹੁਣ ਤੁਹਾਨੂੰ ਦੱਸਦਾ ਮੈਂ, ਮੰਨ ਲਓ ਟਰੈਕ ਬਣੇ ਹੁੰਦੇ ਆ, ਟਰੈਕ ਤੁਹਾਨੂੰ ਮੈਂ ਪਹਿਲਾਂ ਦੱਸਿਆ ਹਾਰਡ ਡਿਸਕ ਦੇ ਵਿੱਚ ਟਰੈਕ ਬਣੇ ਹੁੰਦੇ ਸੀਗੇ, ਠੀਕ ਹੈ। ਟਰੈਕ ਦੇ ਉੱਪਰ ਕੀ ਹੁੰਦਾ ਰਾਜੇ, ਡਾਟਾ ਸਟੋਰ ਹੁੰਦਾ ਹੈ। ਮੰਨ ਲਓ ਮੇਰਾ ਡਾਟਾ ਸੀਗਾ ਸੈਕਿੰਡ ਨੰਬਰ ਟਰੈਕ 'ਤੇ ਸਟੋਰ, ਅਤੇ ਮੇਰਾ ਰੀਡ ਰਾਈਟ ਹੈਡ ਕਿੱਥੇ ਫਿਰਦਾ ਸੀਗਾ, ਫਸਟ ਟਰੈਕ 'ਤੇ ਫਿਰਦਾ ਸੀਗਾ। ਜਦੋਂ ਉਹਨੇ ਮੰਨ ਲਾ ਮੈਂ ਡਾਟਾ ਕਹਿਤਾ ਕਿ ਮੈਂ ਫਲਾਣਾ ਡਾਟਾ ਮੈਨੂੰ ਲੈ ਕੇ ਆ, 2 ਨੰਬਰ ਫਾਈਲ ਲੈ ਕੇ ਆ, 2 ਨੰਬਰ ਫਾਈਲ ਮੇਰੇ ਸੈਕਿੰਡ ਟਰੈਕ 'ਤੇ ਪਈ ਸੀਗੀ। ਜਿੰਨਾ ਟਾਈਮ ਉਹ 1 ਨੰਬਰ ਤੋਂ ਦੂਜੇ ਨੰਬਰ ਤੱਕ ਪਹੁੰਚਣ 'ਤੇ ਜਿੰਨਾ ਟਾਈਮ ਲਾਊਗਾ, ਉਹਨੂੰ ਕਹਿੰਦੇ ਸੀਕ ਟਾਈਮ। ਠੀਕ ਹੈ ਜੀ। ਸੀਕ ਟਾਈਮ ਦਾ ਮਤਲਬ ਕੀ ਹੋ ਗਿਆ ਕਿ ਉਹ ਦੇਖੇਗਾ ਕਿ ਜਿਹੜਾ ਡਾਟਾ ਰਿਕੁਐਸਟ ਕਰ ਰਿਹਾ ਯੂਜ਼ਰ, ਉਹ ਕਿੱਥੇ ਪਿਆ ਹੈ। ਜਿੰਨਾ ਟਾਈਮ ਉੱਥੇ ਪਹੁੰਚਣ 'ਤੇ ਲਾ ਰਿਹਾ, ਦੇਖਣ 'ਤੇ ਲਾ ਰਿਹਾ, ਉਹਨੂੰ ਕਹਿੰਦੇ ਸੀਕ ਟਾਈਮ। ਠੀਕ ਹੈ ਜੀ। ਪੜ੍ਹ ਲਿਓ ਦੁਬਾਰਾ ਇੱਕ ਵਾਰੀ, ਠੀਕ ਹੈ ਜੀ। ਮੈਂ PDF ਵੀ ਭੇਜ ਦੂੰਗਾ ਤੁਹਾਨੂੰ। ਕਲੀਅਰ ਹੈ। ਇਹੀ ਜਿਹੜੀ ਆਹ ਹੈ ਨਾ, ਇਹ ਜਿਹੜੀ ਤੁਸੀਂ ਸਲਾਈਡ ਪੜ੍ਹ ਲਓਗੇ, ਸਮਝ ਲਓ ਵੀ ਮੇਰੀ ਵੀਡੀਓ ਸਫਲ ਹੋ ਜਾਊਗੀ ਜੇ ਤੁਸੀਂ ਇਹਨੂੰ ਧਿਆਨ ਨਾਲ ਸਮਝ ਲਿਆ। ਹੁਣ ਇਹਦੇ ਉੱਪਰ ਆਪਾਂ ਕੁਐਸਚਨ ਕਰਦੇ ਹਾਂ, ਠੀਕ ਹੈ। ਕੁਐਸਚਨ ਤੁਸੀਂ ਨਾਲ ਦੇਖੋ, ਮੈਂ ਆਨਸਰ ਟਿਕ ਕੀਤੇ ਹੋਇਆ ਫਿਰ ਵੀ ਤੁਹਾਡੇ ਵਾਸਤੇ। ਕਹਿੰਦਾ ਵਾਟ ਇਜ਼ ਰਿਸਪੌਂਸ ਟਾਈਮ। ਰਿਸਪੌਂਸ ਟਾਈਮ ਤੁਹਾਨੂੰ ਮੈਂ ਹੁਣੇ ਦੱਸਿਆ, ਕਹਿੰਦਾ ਦਾ ਟੋਟਲ ਟਾਈਮ ਟੇਕਨ ਫਰੋਮ ਦਾ ਸਬਮਿਸ਼ਨ ਟਾਈਮ ਟਿਲ ਦਾ ਫਸਟ ਰਿਸਪੌਂਸ ਇਜ਼ ਪ੍ਰੋਡਿਊਸ। ਤੁਹਾਨੂੰ ਮੈਂ ਦੱਸਿਆ ਨਾ ਕਿ ਉਹ ਬੈਂਕ ਵਾਲੀ ਐਗਜ਼ਾਮਪਲ, ਮੈਂ ਜਾ ਕੇ 9 ਵਜੇ ਲਾਈਨ 'ਚ ਖੜਾ ਹੋ ਗਿਆ, ਉਹ ਕਹਿੰਦੇ ਭਾਈ 10 ਵਜੇ ਪਹਿਲਾ ਰਿਸਪੌਂਸ ਕਿੰਨੇ ਵਜੇ ਮਿਲੂਗਾ, ਮੈਨੂੰ 10 ਵਜੇ ਮਿਲੂਗਾ, ਵੀ 10 ਵਜੇ ਬੈਂਕ ਖੋਲੂਗਾ, 10 ਵਜੇ ਸਟਾਰਟ ਹੋਊਗਾ ਕੰਮ, ਠੀਕ ਆ। ਉਹ ਹੋ ਗਿਆ ਤੁਹਾਡਾ ਰਿਸਪੌਂਸ ਟਾਈਮ। ਦੇਖੋ ਕਨਫਿਊਜ਼ ਕਰਨ ਵਾਸਤੇ ਬਾਕੀ ਵੀ ਦਿੱਤੀਆਂ ਹੋਈਆਂ ਸਾਰੀਆਂ। ਦਾ ਟਾਈਮ ਟੋਟਲ ਟਾਈਮ ਟੇਕਨ ਫਰੋਮ ਦਾ ਸਬਮਿਸ਼ਨ ਟਾਈਮ ਟਿਲ ਟੂ ਦਾ ਕੰਪਲੀਸ਼ਨ ਆਫ ਟਾਈਮ। ਜਦੋਂ ਮੈਂ ਪਹਿਲਾਂ ਕਹਿੰਦਾ ਕੰਪਲੀਸ਼ਨ ਨਹੀਂ ਹੋਏਗੀ, ਸਿਰਫ ਰਿਸਪੌਂਸ ਮਿਲੂਗਾ, ਠੀਕ ਹੈ ਜੀ। ਇਹ ਦੇਖੋ ਕਨਫਿਊਜ਼ ਨਹੀਂ ਹੋਣਾ। ਅਤੇ ਪਹਿਲੀ ਜਿਹੜੀ ਹੁੰਦੀ ਆਪਸ਼ਨ ਹਮੇਸ਼ਾ ਗਲਤ ਰੱਖੀ ਹੁੰਦੀ ਉਹਨਾਂ ਨੇ, ਪਰ ਬੰਦਾ ਪਹਿਲਾਂ ਹੀ ਪੜ੍ਹਨ ਦਾ ਟਾਈਮ ਟੇਕਨ ਬਸ ਉਹੀ ਸੇਮ ਹੀ ਆ ਨਾ, ਸਾਰੇ ਸਬਮਿਸ਼ਨ ਤੱਕ ਦੇਖੋ ਸੇਮ ਹੀ ਆ, ਟਿਲ ਤੱਕ ਹੀ ਸੇਮ ਆ, ਸਗੋਂ ਉਸ ਤੋਂ ਬਾਅਦ ਦੇਖੋ ਚੇਂਜ ਹੋ ਗਿਆ, ਠੀਕ ਹੈ। ਇਹਨੂੰ ਧਿਆਨ ਨਾਲ ਕਰਨਾ। ਹੁਣ ਵੇਟਿੰਗ ਟਾਈਮ ਤੁਹਾਨੂੰ ਮੈਂ ਪਹਿਲਾਂ ਦੱਸਤਾ, ਕਹਿੰਦਾ ਦਾ ਟੋਟਲ ਟਾਈਮ ਸਪੈਂਟ ਇਨ ਦਾ ਰੈਡੀ ਕਿਊ। ਰੈਡੀ ਕਿਊ ਦਾ ਮਤਲਬ ਕੀ ਹੈ ਕਿ ਮੰਨ ਲਓ ਮੈਂ ਆਹ ਰੈਡੀ ਕਿਊ ਆ ਮੇਰਾ, ਠੀਕ ਹੈ। ਰੈਡੀ ਕਿਊ ਮਤਲਬ ਇਹ ਤਿਆਰ ਆ ਵੀ ਇਹ ਬੰਦਿਆਂ ਨੇ ਕੰਮ ਕਰਾਉਣਾ, ਇਹ ਕਿਊ ਮੇਰਾ ਰੈਡੀ ਹੈ। ਤਾਂ ਪਹਿਲਾ ਚੱਲਿਆ, ਦੂਜਾ ਚੱਲਿਆ, ਤੀਜੇ ਨੇ ਕਿੰਨਾ ਵੇਟ ਕੀਤਾ, ਪਹਿਲੇ 2 ਚੱਲਣ ਦਾ ਵੇਟ ਕੀਤਾ, ਉਹਨੂੰ ਕੀ ਕਹਿੰਦੇ ਆ, ਵੇਟਿੰਗ ਟਾਈਮ, ਠੀਕ ਹੈ ਜੀ। ਅੱਗੇ ਚੱਲਦੇ ਹਾਂ। ਟਰਨ ਅਰਾਊਂਡ ਟਾਈਮ ਤੁਹਾਨੂੰ ਮੈਂ ਹੁਣੇ ਦੱਸਿਆ ਵੀ ਮੈਂ 10 ਵਜੇ ਬੈਂਕ ਗਿਆ ਅਤੇ 11 ਵਜੇ ਤੱਕ ਦਾ ਟੋਟਲ ਟਾਈਮ ਫਰੋਮ ਦਾ ਕੰਪਲੀਸ਼ਨ ਟਿਲ ਦਾ ਸਬਮਿਸ਼ਨ ਆਫ ਏ ਪ੍ਰੋਸੈਸ। ਵੀ 10 ਵਜੇ ਮੈਂ ਗਿਆ ਸੀ ਅਤੇ 11 ਵਜੇ ਮੈਂ ਘਰੇ ਆਇਆ ਭਾਈ ਵਿਹਲਾ ਹੋ ਕੇ, ਉਹ ਮੇਰਾ ਕੀ ਹੋ ਗਿਆ, ਟਰਨ ਅਰਾਊਂਡ ਟਾਈਮ ਹੋ ਗਿਆ, ਠੀਕ ਹੈ। ਕਲੀਅਰ। ਨਾਲ ਮੈਂ ਤੁਹਾਡੇ ਕੀ ਲਾਤੇ, ਆਹ ਲਾਤੇ। ਹੁਣ ਆ ਜਾਓ ਵੀ ਗੱਲ ਕਰਦੇ ਹਾਂ ਪਰਮਿਟਿਵ ਨੋਨ ਪਰਮਿਟਿਵ। ਜਿਹੜੀ ਸ਼ਡਿਊਲਿੰਗ ਹੁੰਦੀ ਨਾ, 2 ਤਰ੍ਹਾਂ ਦੀ ਕੈਟਾਗਰੀ 'ਚ ਵੰਡੀ ਗਈ ਆ, ਪਰਮਿਟਿਵ ਅਤੇ ਨੋਨ ਪਰਮਿਟਿਵ। ਦੇਖੋ ਪਰਮਿਟਿਵ ਨੋਨ ਪਰਮਿਟਿਵ ਦਾ ਧੱਕਾ ਆਇਆ, ਸਿੱਧੂ ਮੂਸੇਵਾਲੇ ਦਾ ਗਾਣਾ ਸੁਣਿਆ, ਧੱਕਾ ਚੱਲਦਾ, ਬਸ ਉਹੀ ਕੰਮ ਹੈ। ਹੁਣ ਪਰਮਿਟਿਵ ਦੇ ਵਿੱਚ ਕੀ ਕਹਿੰਦਾ ਹੈ, ਕਹਿੰਦਾ ਵੀ ਜਿਹੜਾ ਰਨਿੰਗ ਟਾਸਕ ਕੈਨ ਬੀ ਫੋਰਸਡ ਟੂ ਰਿਲੀਜ਼। ਹੁਣ ਕਹਿੰਦੇ ਵੀ ਜਿਹੜਾ ਚੱਲ ਰਿਹਾ, ਮੰਨ ਲਓ ਆਹ ਸੀਗਾ 1 2 3 ਟਾਸਕ ਸੀਗੇ ਮੇਰੇ, ਤਾਂ CPU ਦੇ ਵਿੱਚ ਇਹ ਚੱਲ ਰਿਹਾ 1 ਨੰਬਰ, ਇਹ ਹਜੇ ਤੇਰਾ ਪੂਰਾ ਨਹੀਂ ਹੋਇਆ, ਇਹਨੂੰ ਧੱਕਾ ਮਾਰਿਆ, ਇਹਨੂੰ ਕਹਾਂ ਵੀ ਤੂੰ ਚੱਲ ਆ ਜਾ ਵੀ ਬਾਹਰ, ਠੀਕ ਆ, ਬਾਹਰ ਆ ਤੂੰ ਭਾਈ, ਮੇਰੀ ਵਾਰੀ 2 ਨੰਬਰ ਵਾਲਾ ਕਹਿੰਦਾ ਤੂੰ ਬਾਹਰ ਆ ਪਹਿਲਾਂ,
ਜਿਵੇਂ ਆਪਾਂ ਏਟੀਐਮ ਦੇ ਵਿੱਚ ਪੈਸੇ ਕਢਾਉਣੇ ਆ, ਵੀ ਇੱਕ ਨੰਬਰ ਬੰਦਾ ਵਿਚਾਰਾ ਪੈਸੇ ਕਢਾ ਰਿਹਾ, ਆਪਾਂ ਕਹਿੰਦੇ ਨਹੀਂ ਤੂੰ 10,000 ਰੁਪਈਆ ਕਢਾਉਣਾ, ਮੈਂ ਕਢਾਉਣੇ 500 ਰੁਪਈਆ, ਤੂੰ ਬਾਹਰ ਆ, ਪਹਿਲਾਂ ਮੈਂ ਕਢਾਉਣਾ। ਬਸ ਉਹ ਹੋ ਗਿਆ ਪਰਮਿਟਿਵ। ਵੀ ਉਹ ਹਜੇ ਵਿਚਾਰਾ ਹਜੇ ਉਹਦਾ ਕੰਮ ਪੂਰਾ ਵੀ ਨਹੀਂ ਹੋਇਆ ਸੀਗਾ, ਉਹਨੂੰ ਕੀ ਕਰਨਾ ਪੈਣਾ ਸੀਗਾ, ਉਹਨੂੰ ਆਪਾਂ ਬਾਹਰ ਕੱਢ ਲਿਆ। ਬਸ ਆਹ ਲਿਖਿਆ ਰਨਿੰਗ ਟਾਸਕ ਕੈਨ ਬੀ ਫੋਰਸ ਟੂ ਰਿਲੀਜ਼ ਈਵਨ, ਠੀਕ ਹੈ, ਈਵਨ ਇਟਸ ਨਾਈਦਰ ਕੰਪਲੀਟਡ, ਮਤਲਬ ਉਹ ਵਿਚਾਰਾ ਕੰਪਲੀਟ ਵੀ ਨਹੀਂ ਹੋਇਆ ਸੀ, ਤੁਹਾਨੂੰ ਕੀ ਕਰਦਾ ਆਪਾਂ ਬਾਹਰ ਕੱਢ ਲਿਆ। ਦੂਜਾ ਬਿਲਕੁਲ ਉਲਟ ਹੋ ਜਾਏਗਾ ਨੋਨ ਪਰਮਿਟਿਵ, ਕਹਿੰਦਾ ਵੀ ਜਿਹੜਾ ਆਹ ਬੰਦਾ ਏਟੀਐਮ 'ਚ ਖੜਾ ਇੱਕ ਨੰਬਰ ਵਾਲਾ, ਉਹ ਕਹਿੰਦਾ ਭਾਵੇਂ ਮੈਂ ਕਢਾਵਾਂ 10,000 ਤੇ ਮੈਂ ਕਢਾਵਾਂ 50,000, ਤੁਸੀਂ ਕੀ ਲੱਗਦੇ ਆ, ਮੈਂ ਤਾਂ ਕਢਾ ਕੇ ਆਊਂ, ਕਹਿੰਦਾ ਬਾਹਰ ਮੈਂ ਜੋ ਮਰਜ਼ੀ ਹੋ ਜੇ, ਕਹਿੰਦਾ ਭਾਵੇਂ ਏਟੀਐਮ ਖਾਲੀ ਕਰਨਾ ਪਏ ਮੈਨੂੰ, ਠੀਕ ਹੈ। ਤਾਂ ਉਹ ਧੱਕਾ ਕਰ ਗਿਆ ਸਿੱਧੂ ਮੂਸੇਵਾਲੇ ਵਾਂਗੂ, ਠੀਕ ਹੈ। ਤਾਂ ਉਹਦੇ ਵਿੱਚ ਕੀ ਹੋ ਗਿਆ ਨੋਨ ਪਰਮਿਟਿਵ, ਕਹਿੰਦਾ ਜਿਹੜਾ ਰਨਿੰਗ ਟਾਸਕ ਆ, ਕਹਿੰਦਾ ਕੀਪ ਪ੍ਰੋਸੈਸਿੰਗ ਅਨਟਿਲ ਇਟ ਇਜ਼ ਕੰਪਲੀਟਡ, ਕਹਿੰਦਾ ਆਪਾਂ ਤਾਂ ਕੰਪਲੀਟ ਹੋ ਕੇ ਬਾਹਰ ਆਵਾਂਗੇ, ਠੀਕ ਆ ਜੀ। ਪਰਮਿਟਿਵ ਨੋਨ ਪਰਮਿਟਿਵ ਤਾਂ ਨਹੀਂ ਭੁੱਲਦੇ ਹੁਣ ਤੁਸੀਂ, ਓਕੇ ਜੀ। ਹੁਣ ਅੱਗੇ ਦੇਖੋ ਵੀ ਇਹ ਸ਼ਡਿਊਲਿੰਗ ਕਰਦੇ ਕਿਉਂ, ਪੜ੍ਹ ਲਿਓ ਵੀ ਆਪਾਂ CPU ਨੂੰ ਮੈਕਸਿਮਮ ਯੂਟਿਲਾਈਜ਼ ਕਰ ਸਕੀਏ, ਠੀਕ ਹੈ, ਮੈਕਸਿਮਮ ਥਰੂ ਉਹਦੀ, ਠੀਕ ਹੈ, ਥਰੂ ਆਊਟਪੁੱਟ ਲੈ ਸਕੀਏ, ਵੱਧ ਤੋਂ ਵੱਧ ਉਹਨੂੰ ਯੂਜ਼ ਕਰ ਸਕੀਏ, ਟਰਨ ਅਰਾਊਂਡ ਟਾਈਮ ਘੱਟ ਹੋਵੇ, ਮਤਲਬ ਘੱਟ ਟਾਈਮ ਲੱਗੇ ਮੈਨੂੰ ਹੁਣ, ਠੀਕ ਹੈ, ਵੇਟਿੰਗ ਟਾਈਮ ਮੈਨੂੰ ਘੱਟ ਲੱਗੇ, ਰਿਸਪੌਂਸ ਟਾਈਮ ਮੈਨੂੰ, ਠੀਕ ਹੈ, ਮਿਨੀਮਮ ਲੱਗੇ, ਠੀਕ ਹੈ, ਮਤਲਬ ਮੈਨੂੰ ਜਲਦੀ ਮੇਰੀ ਵਾਰੀ ਆਵੇ, ਮਤਲਬ ਇਹ ਸਿਰਫ ਪੜ੍ਹ ਲਿਓ, ਸਿਰਫ ਇਹ ਵੈਸੇ ਪੇਪਰ 'ਚ ਨਹੀਂ ਆਉਂਦਾ ਤੁਹਾਨੂੰ ਕਿਸੇ ਵੀ, ਠੀਕ ਹੈ। ਹੁਣ ਆ ਜਾਓ ਭਾਈ, ਪਹਿਲਾ ਹੁੰਦਾ ਦੇਖੋ, ਪਹਿਲਾ ਜਿਹੜਾ ਮੈਥਡ ਆ CPU ਸ਼ਡਿਊਲਿੰਗ ਦਾ ਹੁੰਦਾ ਫਸਟ ਕਮ ਫਸਟ ਸਰਵ, ਇਹ ਸਭ ਤੋਂ ਸਿੰਪਲ ਮੈਥਡ ਹੈ। ਇਹਦੇ ਵਿੱਚ ਭਾਈ ਉਹੀ ਕੰਮ ਆ ਬੈਂਕ ਵਾਲਾ, ਕਹਿੰਦੇ ਵੀ ਜਿਹੜਾ ਮੰਨ ਲਓ ਮੈਂ 9 ਵਜੇ ਆ ਗਿਆ ਤਾਂ ਪਹਿਲੇ ਨੰਬਰ 'ਤੇ ਲੱਗ ਗਿਆ, ਉਹ 9:30 ਆਇਆ 2 ਨੰਬਰ ਲੱਗ ਗਿਆ, ਮੈਂ 9:45 'ਤੇ ਆਇਆ 3 ਨੰਬਰ ਲੱਗ ਗਿਆ, ਇੱਕ ਵਿਚਾਰਾ 10 ਵਜੇ ਆਇਆ 4 ਵਜੇ ਚੌਥੇ ਨੰਬਰ 'ਤੇ ਲੱਗ ਗਿਆ। ਬਸ ਜਿਹੜਾ ਫਸਟ ਕਮ ਫਸਟ ਸਰਵ, ਜਿਹੜਾ ਪਹਿਲਾਂ ਆ ਗਿਆ ਪਹਿਲਾਂ ਉਹਦੀ ਵਾਰੀ, ਜਿਹੜਾ ਦੂਜਾ ਆ ਗਿਆ ਦੂਜੀ ਵਾਰੀ। ਹੁਣ ਦੇਖੋ ਇਹਦੇ ਵਿੱਚ ਕੀ ਆ, ਹੁਣ ਦੇਖੋ ਇਹਦੇ ਵਿੱਚ ਕੀ ਆ, P1 ਉਹਨੇ ਕਹਿੰਦਾ ਮਤਲਬ ਟਾਈਮ ਬਸ ਟਾਈਮ ਹੁੰਦਾ ਵੀ ਕਿੰਨਾ ਟਾਈਮ ਉਹਨੇ ਖਤਮ ਹੋਣ 'ਤੇ ਲਾਉਣਾ ਪ੍ਰੋਸੈਸ 1 ਨੇ, ਮੰਨ ਲਓ ਇਹਨੇ ਲਾਉਣੇ ਆ ਸੈਕਿੰਡ ਦੇ ਵਿੱਚ, ਇਹਨੇ ਲਾਉਣੇ 24 ਸੈਕਿੰਡ, P2 ਨੇ ਲਾਉਣੇ 3 ਸੈਕਿੰਡ, P3 ਨੇ ਲਾਉਣੇ 3 ਸੈਕਿੰਡ। ਹੁਣ ਵੇਖਿਆ ਜਾਵੇ ਇਹਨਾਂ ਦਾ ਟਾਈਮ ਘੱਟ ਹੈ, ਲੇਕਿਨ ਇਹ ਕਹਿੰਦਾ ਵੀ ਜਿਹੜਾ ਫਸਟ ਕਮ ਫਸਟ ਸਰਵ, ਇਹ ਵਿਚਾਰਾ ਪਹਿਲਾਂ ਆਇਆ ਸੀਗਾ 9 ਵਜੇ, ਚਾਹੇ ਇਹਨੇ 24 ਸੈਕਿੰਡ ਲਾਉਣੇ ਆ, ਚਾਹੇ ਜਿੰਨੇ ਮਰਜ਼ੀ ਲਾਉਣੇ ਆ, ਇਹਨੇ ਤਾਂ ਚੱਲਣਾ ਹੀ ਚੱਲਣਾ ਹੈ ਧੱਕੇ ਨਾਲ, ਮਤਲਬ ਪਹਿਲਾਂ ਆਇਆ ਤਾਂ ਪੂਰਾ ਕੰਮ ਕਰਕੇ ਬਾਹਰ ਆਊਗਾ, ਠੀਕ ਹੈ ਜੀ। ਇਹ ਆਪਣਾ ਹੋ ਗਿਆ, ਠੀਕ ਹੈ, ਨੋਨ ਪਰਮਿਟਿਵ, ਵੀ ਆਪਾਂ ਤਾਂ ਭਾਈ ਪੂਰਾ ਕੰਮ ਕਰਕੇ ਆਵਾਂਗੇ, ਠੀਕ ਹੈ, ਕਲੀਅਰ ਹੈ। ਫਸਟ ਕਮ ਫਸਟ ਸਰਵ ਇਹਦੇ ਵਿੱਚ ਪੜ੍ਹ ਲਿਓ ਰਾਜੇ, ਕੁਛ ਨਹੀਂ ਐਗਜ਼ਾਮਪਲ ਦਿੱਤੀ ਹੋਈ ਆ, ਬਸ ਤੁਸੀਂ ਸਿਰਫ ਕੁਛ ਨਹੀਂ ਪੜ੍ਹਨਾ ਗਾ, ਬਸ ਆਹੀ ਚੀਜ਼ ਪੜ੍ਹਨੀ ਹੈ, ਨਾਮ ਪੜ੍ਹਨਾ ਤੇ ਹੁੰਦਾ ਕੀ ਹੈ ਤੁਹਾਨੂੰ ਮੈਂ ਸਮਝਾਤਾ, ਫਸਟ ਕਮ ਫਸਟ ਸਰਵ, ਠੀਕ ਹੈ। ਹੁਣ ਇਹਦੇ ਵਿੱਚ ਕੀ ਆ, ਕਹਿੰਦਾ ਦੇਖੋ ਇੱਕ ਕੁਐਸਚਨ ਆਇਆ ਹੋਇਆ ਪੇਪਰ ਦੇ ਵਿੱਚ, ਕਹਿੰਦਾ ਵਿਚ ਆਫ ਦਾ ਫੋਲੋਇੰਗ ਐਲਗੋਰਿਥਮ ਦਾ ਪ੍ਰੋਸੈਸਿਸ ਦੈਟ ਰਿਕੁਐਸਟ ਦਾ CPU ਫਸਟ ਇਜ਼ ਐਲੋਕੇਟਿਡ ਦਾ CPU ਫਸਟ, ਵੀ ਜਿਹੜਾ ਕਹਿੰਦਾ ਵੀ ਜਿਹੜਾ ਰਿਕੁਐਸਟ ਕਰਦਾ CPU ਨੂੰ ਭਾਈ ਮੈਨੂੰ ਪਹਿਲਾਂ CPU ਦੇ, ਮੈਂ ਪਹਿਲਾਂ ਆਇਆ, ਕੀ ਚ ਕਹਿੰਦਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਫਸਟ ਕਮ ਫਸਟ ਸਰਵ, FCFS, ਫਸਟ ਕਮ ਫਸਟ ਸਰਵ ਸ਼ਡਿਊਲਿੰਗ, ਉਹ 'ਚ ਹੀ ਕਹਿੰਦਾ ਭਾਈ ਮੈਂ ਪਹਿਲਾਂ ਆਇਆ ਤਾਂ ਮੈਨੂੰ ਭਾਈ ਪਹਿਲਾਂ ਦੇ ਦਿਓ ਮੈਨੂੰ CPU, ਠੀਕ ਆ ਜੀ। ਦੇਖੋ ਕਲੀਅਰ ਹੈ, ਦੇਖੋ ਬਹੁਤ ਸੌਖਾ ਹੈ, ਲੇਕਿਨ ਥੋੜਾ ਜਿਹਾ ਬਸ ਟੈਕਨੀਕਲ ਆ ਗਿਆ ਤਾਂ ਕਰਕੇ। ਅਗਲਾ ਆ ਗਿਆ ਭਾਈ ਸ਼ਾਰਟਡ ਜੌਬ ਫਸਟ, ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ। ਹੁਣ ਤਿੰਨ ਬੰਦੇ ਬੈਂਕ 'ਚ ਲੱਗੇ ਸੀਗੇ ਭਾਈ, ਹੁਣ ਇਹਨੇ ਕਰਾਉਣੇ 10,000 ਰੁਪਏ ਜਮ੍ਹਾਂ, ਇਹਨੇ ਕਰਾਉਣੇ ਆ 50,000 ਰੁਪਏ ਜਮ੍ਹਾਂ, ਇਹਨੇ ਕਰਾਉਣੇ ਆ ਭਾਈ, ਇਹਨੇ ਕਹਿੰਦਾ 500 ਰੁਪਏ ਜਮ੍ਹਾਂ, ਕਹਿੰਦਾ ਵੀ ਤੇਰਾ ਤਾਂ ਛੋਟਾ ਜਿਹਾ ਕੰਮ 500 ਰੁਪਏ ਜਮ੍ਹਾਂ ਕਰਾਉਣਾ, ਤੂੰ ਪੁੱਤ ਅੱਗੇ ਆ ਜਾ, ਕਹਿੰਦਾ ਤੂੰ ਆ ਜਾ ਇੱਥੇ, ਇਹ ਵਾ ਮਤਲਬ ਇਹਨੇ ਘੱਟ ਕਰਾਉਣੇ ਆ, ਉਸ ਤੋਂ ਘੱਟ ਕਰਾਉਣੇ ਆ, ਉੱਥੇ ਖੜਾ ਰਹਿ, ਠੀਕ ਹੈ, ਜਿਹੜਾ ਸਭ ਤੋਂ ਛੋਟਾ ਪਹਿਲਾਂ ਆ ਜਾਵੇ, ਬਸ ਨਾਮ ਤੋਂ ਹੀ ਕਲੀਅਰ ਹੈ, SGF ਸ਼ਾਰਟੈਸਟ ਜੌਬ ਫਸਟ। ਹੁਣ ਇਹਦੇ ਵਿੱਚ ਦੇਖੋ P1 ਨੇ ਲੈਣੇ ਕਹਿੰਦਾ 6 ਸੈਕਿੰਡ, P2 ਨੇ ਲੈਣੇ 8 ਸੈਕਿੰਡ, ਤੇ P3 ਨੇ 7 ਤੇ P4 ਨੇ 3, ਤਾਂ ਕਹਿੰਦਾ ਬਾਈ ਤੂੰ ਪਹਿਲਾਂ ਆ ਜਾ P4 ਨੂੰ ਕਹਿੰਦੇ ਤੂੰ ਪਹਿਲਾਂ ਆ ਜਾ, ਉਸ ਤੋਂ ਬਾਅਦ ਭਾਈ ਤੂੰ P1 ਆ ਜਾ, ਤੂੰ ਲੈਣੇ 6, ਉਸ ਤੋਂ ਭਾਈ P3 ਆ ਜਾ, ਫਿਰ P2 ਆ ਜਾ, ਭਾਈ ਸ਼ਾਰਟੈਸਟ ਜੌਬ ਵਾਲਾ ਪਹਿਲਾਂ ਆ ਜੇ, ਹੈ ਨਾ। ਅੱਗੇ ਮੈਂ ਤੁਹਾਨੂੰ ਬਣਾ ਕੇ ਦਿਖਾਈ ਇੱਕ ਡਾਇਗਰਾਮ ਜਿਹਾ, ਦੇਖੋ ਪਹਿਲਾਂ ਕੀ ਆ ਗਿਆ P4 ਵਾਲਾ ਆ ਗਿਆ, ਉਹਨੇ 3 ਲੈਣੇ ਸੀਗੇ, ਫਿਰ P1 ਵਾਲਾ ਆਇਆ ਉਹਨੇ 6 ਲੈਣੇ ਸੀਗੇ, ਟੋਟਲ ਉਹਨਾਂ ਨੂੰ ਵੇਟਿੰਗ ਟਾਈਮ ਕਿੰਨਾ ਹੋ ਗਿਆ 9 ਹੋ ਗਿਆ, 6 ਤੇ 3 9, ਫਿਰ P3 ਆ ਗਿਆ, ਫਿਰ P4 ਆ ਗਿਆ, ਬਸ ਇੱਦਾਂ ਕੰਮ ਚੱਲਦਾ ਹੈ। ਵੀ ਜਿਹੜਾ ਸ਼ਾਰਟੈਸਟ ਜੌਬ ਵਾਲਾ ਉਹਨੂੰ ਕਹਿੰਦੇ ਭਾਈ ਤੂੰ ਪਹਿਲਾਂ ਆ ਜਾ, ਠੀਕ ਹੈ, ਬਸ ਦਿਮਾਗ 'ਚ ਰੱਖਿਓ ਇਹਨੂੰ। ਹੁਣ ਕੁਐਸਚਨ ਕੀ ਆਉਂਦਾ ਦੇਖੋ, ਕੁਐਸਚਨ ਦੇਖੋ ਨਾਲ ਪਾਏ ਹੋਏ ਆ, ਮੈਂ ਤੁਹਾਡੀ ਹੈਲਪ ਵਾਸਤੇ ਨਿਚੋੜ ਕੱਢਤਾ। ਜੇ ਤੁਸੀਂ ਹਜੇ ਵੀ ਨਾ ਪੜੋਗੇ ਨਾ, ਦੇਖੋ ਹਜੇ ਵੀ ਤੁਹਾਡੇ ਕੁਐਸਚਨ ਗਲਤ ਨਹੀਂ ਹੋਣੇ ਚਾਹੀਦੇ। ਮੈਂ ਪੂਲ ਅੱਜ ਸ਼ਾਮ ਨੂੰ ਕਰਾਵਾਂਗਾ, ਕਿਸੇ ਦੇ ਕੁਐਸਚਨ ਨਹੀਂ ਗਲਤ ਹੋਣੇ ਚਾਹੀਦੇ, ਸਾਰੇ ਵੀਡੀਓ ਦੇਖਣ ਤੋਂ ਬਾਅਦ ਮੈਂ ਪੂਲ ਕਰਾਉਣਾ ਅੱਜ, ਠੀਕ ਹੈ। ਵੀਡੀਓ ਦੇਖ ਕੇ ਪੂਲ ਕਰਿਓ ਤਾਂ ਹੀ ਫਾਇਦਾ ਹੋਊਗਾ, ਠੀਕ ਹੈ, ਕਲੀਅਰ ਹੈ। ਤਿਆਰੀ ਤੋਂ ਬਿਨਾਂ ਪੇਪਰ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾਗਾ। ਵਿਚ ਆਫ ਦਾ ਫੋਲੋਇੰਗ ਕਹਿੰਦਾ ਸ਼ਡਿਊਲਿੰਗ ਐਲਗੋਰਿਥਮ ਗਿਵਸ ਮਿਨੀਮਮ ਐਵਰੇਜ ਵੇਟਿੰਗ ਟਾਈਮ, ਮਤਲਬ ਜਿਹਦੇ ਵਿੱਚ ਆਪਾਂ ਨੂੰ ਵੇਟ ਘੱਟ ਕਰਨੀ ਪਵੇ, ਐਵਰੇਜ ਵੇਟ ਘੱਟ ਕਰਨੀ ਪਵੇ। ਤੁਹਾਨੂੰ ਪਹਿਲਾਂ ਦੱਸਿਆ ਕਿਹੜਾ ਹੋਏਗਾ, SGF ਸ਼ਾਰਟੈਸਟ ਜੌਬ ਫਸਟ, ਕਲੀਅਰ ਹੈ ਜੀ। ਉਹ 'ਚ ਆਪਾਂ ਨੂੰ ਕੀ ਕਰਨਾ ਪੈਂਦਾ, ਵੇਟ ਘੱਟ ਕਰਨੀ ਪੈਂਦੀ ਆ। ਹੁਣ ਆ ਇੱਕ ਪੰਗਾ ਹੋਰ ਪੈ ਗਿਆ, ਕਹਿੰਦਾ ਵੀ 2 ਬੰਦੇ ਸੀਗੇ, ਹੁਣ ਬੈਂਕ 'ਚ ਆਪਣੇ ਇੰਡੀਆ 'ਚ ਤਾਂ ਹੁੰਦਾ ਹੀ ਹੁੰਦਾ। ਆਹ ਬੰਦੇ ਸੀਗੇ, ਇਹਨੇ ਤਾਂ 10,000 ਰੁਪਏ ਜਮ੍ਹਾਂ ਕਰਾਉਣਾ ਸੀ, ਇਹਨੇ 500 ਕਰਾਉਣਾ, ਇਹਨੇ 500 ਕਰਾਉਣਾ, ਇਹ ਲੜ ਪਏ। ਉਹ ਕਹਿੰਦਾ ਵੀ ਛੋਟੇ ਵਾਲਾ ਪਹਿਲਾਂ ਆ ਜਾਓ, ਉਹ ਕਹਿੰਦਾ ਭਾਈ ਮੈਂ ਵੀ 500 ਕਰਾਉਣਾ, ਕਹਿੰਦਾ ਮੈਂ ਵੀ 500 ਕਰਾਉਣਾ। ਉਹ ਕਹਿੰਦਾ ਯਾਰ ਤੂੰ, ਮੈਂ ਪਹਿਲਾਂ ਆਇਆ, ਤੂੰ ਬਾਅਦ 'ਚ ਆਇਆ। ਫਿਰ ਕਹਿੰਦਾ ਕੀ ਕੰਮ ਕਰਨਾ ਪਊਗਾ ਜਦੋਂ ਦੋਨੇ ਲੜਨਗੇ, ਮਤਲਬ ਦੋਨਾਂ 'ਚ ਟਾਈ ਹੋ ਗਿਆ ਤਾਂ ਕੀ ਕਰਾਂਗੇ ਆਪਾਂ ਕਹਾਂਗੇ ਭਾਈ ਜਿਹੜਾ ਪਹਿਲਾਂ ਆਇਆ ਉਹ ਪਹਿਲਾਂ ਆ ਜਾਏ, ਜਿਹੜਾ ਬਾਅਦ 'ਚ ਆਇਆ ਬਾਅਦ 'ਚ ਆ ਜਾਏ, ਕੰਮ ਦੋਨਾਂ ਦਾ ਸੇਮ ਹੀ ਆ। ਬਸ ਉਹੀ ਕੰਮ ਇਹਨੇ ਕੀਤਾ। ਕਹਿੰਦਾ ਵੀ
ਇਨ ਦਾ ਸ਼ਾਰਟੈਸਟ ਜੋਬ ਫਸਟ ਸ਼ਡਿਊਲਿੰਗ ਕਹਿੰਦਾ ਇਫ ਦਾ ਨੈਕਸਟ CPU ਬਸਟ ਮਤਲਬ ਬਸ ਟਾਈਮ ਜਿੰਨਾ ਨੂੰ ਟਾਈਮ ਉਹਨੇ ਲੈਣਾ ਦੋ ਪ੍ਰੋਸੈਸ ਨੇ ਕਹਿੰਦਾ ਆਰ ਦਾ ਸੇਮ, ਦੋਨੇ ਪ੍ਰੋਸੈਸ ਦਾ ਟਾਈਮ ਸੇਮ ਹੈ। ਮੰਨ ਲਓ P1 ਦਾ ਵੀ 3 ਸੈਕਿੰਡ ਹੈ ਤੇ P2 ਦਾ ਵੀ 3 ਸੈਕਿੰਡ ਹੈ। ਹੁਣ ਦੋਵਾਂ ਜੋ ਸ਼ਡਿਊਲਿੰਗ ਦੇ ਵਿੱਚ ਤੁਹਾਨੂੰ ਸ਼ਡਿਊਲਿੰਗ ਕੰਮ ਕਰਦੀ ਆ ਮਿਨੀਮਮ ਟਾਈਮ ਤੇ, ਜਿਹਦਾ ਟਾਈਮ ਘੱਟ ਹੋਊਗਾ ਸ਼ਾਰਟ ਹੋਊਗਾ, ਲੇਕਿਨ ਦੋਨਾਂ ਦੇ ਟਾਈਮ ਸ਼ਾਰਟ ਹੈ ਤੇ ਕਿਹਦੇ 'ਚ ਹੋਊਗਾ? ਹੁਣ P1 ਪਹਿਲਾਂ ਚੱਲੂਗਾ, ਫਸਟ ਕਮ ਫਸਟ ਸਰਵ। ਠੀਕ ਹੈ ਭਾਈ, ਜਦੋਂ ਦੋਨਾਂ ਦਾ ਟਾਈਮ ਹੀ ਸੇਮ ਹੈ P1 P2 ਦਾ, ਠੀਕ ਹੈ, ਉਹਦੇ ਵਿੱਚ ਚੱਲੂਗਾ ਕਿਹੜਾ? ਪਹਿਲਾਂ P1 ਚੱਲੂਗਾ, ਜਿਹੜਾ ਪਹਿਲਾਂ ਆਇਆ ਉਹ ਪਹਿਲਾਂ ਚੱਲੂਗਾ, ਜਿਹੜਾ ਬਾਅਦ 'ਚ ਆਇਆ ਬਾਅਦ ਚੱਲੂਗਾ। ਠੀਕ ਹੈ, ਕਲੀਅਰ ਹੈ, ਓਕੇ ਜੀ। ਹੁਣ ਆ ਗਿਆ ਪ੍ਰਾਇਓਰਟੀ ਸ਼ਡਿਊਲਿੰਗ। ਦੇਖੋ ਪ੍ਰਾਇਓਰਟੀ ਸ਼ਡਿਊਲਿੰਗ ਦਾ ਨਾਮ ਤੋਂ ਕਲੀਅਰ, ਆਪਾਂ ਕਹਿੰਦੇ ਨਾ ਯਾਰ ਉਹ ਬੰਦਾ ਮੈਨੂੰ ਪ੍ਰਾਇਓਰਟੀ ਨਹੀਂ ਦਿੰਦਾ। ਪ੍ਰਾਇਓਰਟੀ ਦਾ ਮਤਲਬ ਹੁੰਦਾ ਕਿ ਅਟੈਂਸ਼ਨ। ਠੀਕ ਹੈ, ਪ੍ਰਾਇਓਰਟੀ ਦੇਤੀ ਮੈਂ, ਜਿਵੇਂ ਵਿਆਹਾਂ 'ਚ ਜੀਜੇ ਹੁੰਦੇ ਆ, ਜੀਜੇ ਦੀ ਪ੍ਰਾਇਓਰਟੀ ਸਭ ਤੋਂ ਵੱਧ ਹੁੰਦੀ ਆ, ਸਭ ਤੋਂ ਵੱਡੀ ਹੁੰਦੀ ਜਿਵੇਂ ਫੁੱਫੜ ਦੀ। ਫੁੱਫੜ ਭਾਈ ਪਹਿਲਾ ਜੀਜਾ ਹੁੰਦਾ ਘਰ ਦਾ, ਦੂਜੇ ਨੰਬਰ 'ਤੇ ਦੂਜਾ ਜੀਜਾ ਹੁੰਦਾ। ਠੀਕ ਹੈ, ਪ੍ਰਾਇਓਰਟੀ ਦੇਤੀ ਆਪਾਂ ਹੈ ਨਾ, ਪਹਿਲੇ ਨੰਬਰ 'ਤੇ ਫੁੱਫੜ ਨੂੰ, ਦੂਜੇ ਨੰਬਰ 'ਤੇ ਜੀਜੇ ਨੂੰ, ਤੀਜੇ ਨੰਬਰ 'ਤੇ ਮਾਸੜ ਨੂੰ। ਵਿਚਾਰਿਆਂ ਨੂੰ ਹੌਲੀ ਹੌਲੀ ਥੱਲੇ ਥੱਲੇ ਆ ਜਾਂਦੇ ਘਰ ਦੇ ਬੰਦੇ, ਉਵੇਂ ਦੇਖੋ ਪ੍ਰਾਇਓਰਟੀ ਦਿੱਤੀ ਹੁੰਦੀ ਆ। ਹੁਣ ਦੇਖੋ ਸਭ ਤੋਂ ਪਹਿਲਾਂ ਪ੍ਰਾਇਓਰਟੀ ਦੇਤੀ ਮੈਂ P2 ਨੂੰ, ਮੈਂ ਦੇਖੋ P2 ਨੂੰ ਮੈਂ ਕੀਤਾ 1 ਨੰਬਰ ਦੇਤਾ। ਠੀਕ ਹੈ, ਸਭ ਤੋਂ ਪਹਿਲਾਂ ਕੀ ਚੱਲੂਗਾ? P1 ਚੱਲੂਗਾ, ਸੌਰੀ P2 ਚੱਲੂਗਾ। ਉਸ ਤੋਂ ਬਾਅਦ ਮੈਂ ਚੱਲਦਾ P5 ਚੱਲੂਗਾ। ਪ੍ਰਾਇਓਰਟੀ ਮੈਂ ਸੈੱਟ ਕਰਤੀ। ਠੀਕ ਹੈ, ਉਹ ਹੁੰਦਾ ਕਿ ਜਿਹੜਾ ਇੰਪੋਰਟੈਂਟ ਕੰਮ ਆਪਾਂ ਪਹਿਲਾਂ ਕਰਨਾ ਉਹਨੂੰ ਪ੍ਰਾਇਓਰਟੀ ਪਹਿਲਾਂ ਦੇ ਦਿੰਦੇ, ਉਸ ਤੋਂ ਬਾਅਦ ਦੂਜੇ ਨੂੰ, ਤੀਜੇ ਨੂੰ, ਚੌਥੇ ਨੂੰ, ਪੰਜਵੇਂ ਨੂੰ। ਇਹ ਮਤਲਬ ਪ੍ਰਾਇਓਰਟੀ ਦੇ ਬੇਸ ਹੁੰਦਾ ਸ਼ਡਿਊਲਿੰਗ। ਕਲੀਅਰ ਹੈ ਜੀ, ਇਹ ਪ੍ਰਾਇਓਰਟੀ ਬੇਸ 'ਤੇ ਚੱਲੇਗਾ। ਦੇਖੋ ਚੱਲ ਰਿਹਾ ਤੁਹਾਡਾ ਪ੍ਰਾਇਓਰਟੀ ਬੇਸ 'ਤੇ, ਕਲੀਅਰ ਹੈ, ਠੀਕ ਹੈ। ਹੁਣ ਇਹਦੇ ਵਿੱਚ ਵੀ ਪੰਗਾ ਹੈ, ਕਹਿੰਦਾ ਵੀ ਦੋ ਬੰਦਿਆਂ ਨੂੰ ਇਕੁਅਲ ਪ੍ਰਾਇਓਰਟੀ ਹੋ ਗਈ। ਹੁਣ ਦੋ ਫੁੱਫੜ ਨੇ, ਹੁਣ ਠੀਕ ਹੈ, ਦੋ ਫੁੱਫੜ ਆਪਣੇ ਹੈਗੇ ਆ ਜਾਂ ਦੋ ਜੀਜੇ ਆ, ਉਹ ਕਹਿੰਦੇ ਭਾਈ ਕਿਹਨੂੰ ਪ੍ਰਾਇਓਰਟੀ ਦਈਏ? ਉਹ ਕਹਿੰਦਾ ਭਾਈ ਜਿਹੜਾ ਵੱਡਾ ਉਹਨੂੰ ਪ੍ਰਾਇਓਰਟੀ ਪਹਿਲਾਂ ਦੇ ਦਿਓ। ਠੀਕ ਹੈ, ਚੱਲ ਵੀ ਉਹ ਕਹਿੰਦਾ ਫਸਟ ਕਮ ਫਸਟ ਸਰਵ ਆਊਗਾ, ਜਿਹੜਾ ਪਹਿਲਾਂ ਆਇਆ ਉਹਨੂੰ ਪ੍ਰਾਇਓਰਟੀ ਜ਼ਿਆਦਾ, ਜਿਹੜਾ ਬਾਅਦ 'ਚ ਆਇਆ ਜੀਜਾ ਬਣਿਆ ਉਹਨੂੰ ਪ੍ਰਾਇਓਰਟੀ ਬਾਅਦ 'ਚ। ਠੀਕ ਹੈ ਜੀ, ਕਲੀਅਰ ਹੈ, ਓਕੇ। ਇਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ, ਦੇਖੋ ਰਾਊਂਡ ਰੋਬਿਨ। ਰਾਊਂਡ ਰੋਬਿਨ ਦੇਖੋ, ਰਾਊਂਡ ਰੋਬਿਨ ਦਾ ਨਾਮ ਹੀ ਕਲੀਅਰ ਹੈ, ਰਾਊਂਡ ਦੇ ਵਿੱਚ ਕੰਮ ਹੋਊਗਾ, ਇੱਕ ਰਾਊਂਡ ਰੋਬਿਨ ਹੋਊਗਾ। ਇਹਦੇ ਵਿੱਚ ਕੀ ਹੁੰਦਾ ਭਾਈ, ਮੈਂ ਨਾ ਇੱਕ ਨਾ ਟਾਈਮ ਸੈੱਟ ਕਰ ਦੇਣਾ, ਜਿਹਨੂੰ ਟਾਈਮ ਸਲਾਈਸ ਕਹਿੰਦੇ ਆ, ਟਾਈਮ ਕੁਆਂਟਮ ਕਹਿੰਦੇ ਆ। ਇਹਦੇ ਵਿੱਚ ਕੰਮ ਹੋਊਗਾ ਫਸਟ ਕਮ ਫਸਟ ਸਰਵ, ਪਰ ਮੈਂ ਇੱਕ ਟਾਈਮ ਸੈੱਟ ਕਰ ਦਿੰਦਾ। ਮੈਂ ਕਹਿ ਦਿੰਦਾ ਵੀ 5 ਸੈਕਿੰਡ ਮੈਂ ਟਾਈਮ ਸੈੱਟ ਕਰਤਾ। ਟਾਈਮ ਸਲਾਈਸ ਕਿੰਨਾ ਕਰਤਾ? 5 ਸੈਕਿੰਡ। ਤੇ ਮੇਰੇ ਕੋਲ ਕੀ ਸੀਗੇ, ਮੰਨ ਲਓ ਮੇਰੇ ਕੋਲ 3 ਬੰਦੇ ਸੀਗੇ। ਮੈਂ ਕਿਹਾ ਭਾਈ ਚਾਹੇ ਤੁਸੀਂ ਤਿੰਨੇ ਇਕੱਠੇ ਆਏ ਹੋ, ਜਿਵੇਂ ਮਰਜ਼ੀ ਆਏ ਹੋ, ਚਾਹੇ ਪਹਿਲੇ ਨੰਬਰ 'ਤੇ ਪਹਿਲਾ ਵਾਲਾ ਆਇਆ, ਪਹਿਲੇ ਵਾਲੇ ਬੰਦੇ ਨੇ ਕੰਮ ਕਰਾਉਣਾ ਸਿਰਫ 5 ਸੈਕਿੰਡ ਵਾਸਤੇ, ਉਸ ਤੋਂ ਬਾਅਦ ਦੂਜੇ ਦੀ ਵਾਰੀ ਆਊਗੀ। ਚਾਹੇ ਦਾ ਕੰਮ 10 ਸੈਕਿੰਡ ਦਾ, ਚਾਹੇ 20 ਸੈਕਿੰਡ ਦਾ, ਚਾਹੇ ਘੰਟੇ ਦਾ, ਪਰ ਇਹ ਸਿਰਫ 5 ਸੈਕਿੰਡ ਵਾਸਤੇ ਕੰਮ ਕਰੂਗਾ। ਫਿਰ ਦੂਜਾ ਕਰੂਗਾ 5 ਸੈਕਿੰਡ ਵਾਸਤੇ, ਫਿਰ ਤੀਜਾ ਕਰੂਗਾ 5 ਸੈਕਿੰਡ ਵਾਸਤੇ। ਉਸ ਤੋਂ ਬਾਅਦ ਜੇ ਕੋਈ ਨਹੀਂ ਹੈਗਾ ਪ੍ਰੋਸੈਸ, ਫਿਰ ਕਿਹਦਾ ਫਿਰ ਵਾਰੀ ਆ ਜੂਗੀ, 1 ਨੰਬਰ ਦੀ ਆ ਜੂਗੀ, ਫਿਰ ਦੂਜੇ ਦੀ ਆ ਜੂਗੀ, ਤੀਜੇ ਦੀ ਆ ਜੂਗੀ। ਜਿਹੜਾ ਕੰਪਲੀਟ ਹੋ ਜੂਗਾ ਉਸ ਤੋਂ ਬਾਅਦ ਲਾਈਨ ਤੋਂ ਬਾਹਰ ਹੋ ਜੂਗਾ, ਬਾਕੀ ਚੱਲੀ ਜਾਣਗੇ ਅੰਟਿਲ ਜਿੰਨ ਤੱਕ ਕੰਪਲੀਟ ਨਹੀਂ ਹੁੰਦੇ। ਠੀਕ ਹੈ, ਤੁਹਾਨੂੰ ਮੈਂ ਵਿਖਾ ਦਿੰਦਾ। ਆਹ ਦੇਖੋ ਪ੍ਰੋਸੈਸ ਸੀਗੇ ਮੇਰੇ, ਪਹਿਲਾਂ P3 ਆਇਆ, ਫਿਰ P1 ਆਇਆ, ਫਿਰ P2 ਆਇਆ। ਠੀਕ ਹੈ, ਇੱਧਰ ਨੂੰ ਮੂੰਹ ਕਰ ਲਓ ਚਾਹੇ ਇਹਨਾਂ ਦਾ। ਠੀਕ ਹੈ, ਹੁਣ ਟਾਈਮ ਮੈਂ ਰੱਖਤਾ 2 ਸੈਕਿੰਡ। ਠੀਕ ਹੈ, ਪਹਿਲਾਂ P3 ਆਇਆ ਤਾਂ ਆਹ ਟਾਈਮ ਫਿਕਸ ਕਰਤਾ ਮੈਂ 0 ਤੋਂ ਲੈ ਕੇ 2 ਤੱਕ, ਫਿਰ 4, ਫਿਰ 6, 8, 10, 12। ਠੀਕ ਹੈ, ਪਹਿਲਾਂ P3 ਆਇਆ, ਫਿਰ P1 ਆਇਆ, ਫਿਰ P2 ਆਇਆ। ਠੀਕ ਹੈ, ਇਹਨਾਂ ਨੇ ਐਂ ਚੱਲਣਾ ਬਸ। ਠੀਕ ਹੈ, ਟਾਈਮ ਸਲਾਈਸ ਦੇ ਵਿੱਚ ਹੀ ਚੱਲਣਾ, ਔਰ ਚੱਲਣਾ ਕਿਹੜੇ ਆਰਡਰ 'ਚ? ਫਸਟ ਕਮ ਫਸਟ ਸਰਵ। ਜਿਹੜਾ ਪਹਿਲਾਂ ਆਇਆ ਉਹ ਪਹਿਲਾਂ ਚੱਲੂਗਾ, ਪਰ ਚੱਲੂਗਾ ਟਾਈਮ ਦੇ ਵਿੱਚ। ਠੀਕ ਹੈ ਜੀ, ਰਾਊਂਡ ਰੋਬਿਨ ਕਹਿੰਦੇ ਇਹਨੂੰ। ਦੇਖੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਹੋਈ ਹੋਊਗੀ। ਠੀਕ ਹੈ, ਤੁਸੀਂ ਨਾ ਤਾਂ ਪਹਿਲਾਂ ਇੱਦਾਂ ਦੇ ਕੁਐਸਚਨ ਦੇਖੇ ਹੋਣੇ ਆ। ਠੀਕ ਹੈ, ਪਰ ਇਹ ਆ ਵੀ ਜੇ ਆਪਣੇ ਪਟਵਾਰੀ ਦੇ ਵਿੱਚ ਲੈਵਲ ਆ ਗਿਆ ਅਪ, ਆਪਾਂ ਬਣ ਗਏ ਹਾਂ ਸਿਖਰ 'ਤੇ ਪਹੁੰਚ ਗਏ ਹਾਂ, 0 ਤੋਂ ਹੀਰੋ। ਠੀਕ ਹੈ ਜੀ, ਆਪਾਂ ਇਸ ਟਾਈਮ ਹੀਰੋ ਹਾਂ। ਆਪਰੇਟਿੰਗ ਸਿਸਟਮ ਦਾ ਟੌਪਿਕ ਆਪਣਾ ਖਤਮ ਹੋ ਗਿਆ, 0 ਲੈਵਲ ਤੋਂ ਲੈ ਕੇ ਆਪਾਂ ਠੀਕ ਹੈ 100% ਤੱਕ ਕਰ ਲਿਆ। ਹੁਣ ਵੀ ਕੁਐਸਚਨ ਗਲਤ ਨਹੀਂ ਹੋਣੇ ਚਾਹੀਦੇ ਤੁਹਾਡੇ। ਠੀਕ ਹੈ ਜੀ, ਚਲੋ ਆਪਾਂ ਮਿਲਦੇ ਹਾਂ ਨਵੀਂ ਵੀਡੀਓ ਨਾਲ। ਕਿਰਪਾ ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ। ਦੇਖੋ ਕਹਿਣ ਦੀ ਜ਼ਰੂਰਤ ਹੀ ਨਹੀਂ ਹੈ, ਤੁਹਾਨੂੰ ਪਤਾ ਵੀ ਬੜੀ ਮਿਹਨਤ ਲੱਗਦੀ ਇਸ ਕੰਮ ਦੇ ਵਿੱਚ। ਆਪਾਂ ਵੱਧ ਤੋਂ ਵੱਧ ਬੱਚਿਆਂ ਨੂੰ ਲੈ ਕੇ ਆਉਣਾ ਚੈਨਲ ਦੇ ਵਿੱਚ, ਤਾਂ ਵੱਧ ਤੋਂ ਵੱਧ ਉਹਨਾਂ ਬੱਚਿਆਂ ਨੂੰ ਲੈ ਕੇ ਆਉਣਾ ਜਿਹੜੇ ਕਿ ਅਫੋਰਡ ਨਹੀਂ ਕਰ ਸਕਦੇ। ਕਿਰਪਾ ਕਰਕੇ ਉਹਨਾਂ ਬੱਚਿਆਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਜਿਨ੍ਹਾਂ ਦੀ ਫਾਈਨੈਂਸ਼ੀਅਲੀ ਕੰਡੀਸ਼ਨ ਬਹੁਤ ਵੀਕ ਹੈ, ਤਾਂ ਜਿਹੜੇ ਤਿਆਰੀ ਕਰਨਾ ਚਾਹੁੰਦੇ ਆ। ਠੀਕ ਹੈ, ਉਹਨਾਂ ਨਾਲ ਸ਼ੇਅਰ ਕਰੋ। ਦੇਖੋ ਫੋਨ ਤਾਂ ਸਭ ਕੋਲ ਹੀ ਹੁੰਦੇ ਅੱਜ ਕੱਲ੍ਹ, ਔਰ ਇੰਟਰਨੈਟ ਕਨੈਕਸ਼ਨ ਵੀ ਹਰ ਇੱਕ ਕੋਲ ਆ, ਚਾਹੇ ਉਹ ਰਿਕਸ਼ੇ ਵਾਲਾ ਵੀ ਅੱਜ ਕੱਲ੍ਹ ਉਹਦੇ ਕੋਲ ਵੀ ਕਨੈਕਸ਼ਨ ਹੈ ਨੈੱਟ ਦਾ। ਤਾਂ ਠੀਕ ਹੈ, ਤਾਂ ਸੋ ਕਿਰਪਾ ਕਰਕੇ ਨੈੱਟ ਸਭ ਕੋਲ ਆਪਾਂ ਕਹਿੰਦੇ ਵੀ ਵੱਧ ਤੋਂ ਵੱਧ ਆਪਣਾ ਰਿਸੋਰਸ ਸਾਰੇ ਯੂਜ਼ ਕਰਨ, ਸਾਰਿਆਂ ਤੱਕ ਇਨਫੋਰਮੇਸ਼ਨ ਪਹੁੰਚੇ। ਔਰ ਪੰਜਾਬੀ 'ਚ ਆਪਾਂ ਦੇਸੀ 'ਚ ਪੜ੍ਹਾ ਰਹੇ ਹਾਂ। ਠੀਕ ਹੈ, ਅਕਾਊਂਟ ਦੀ ਮੈਂ ਜ਼ਰੂਰ ਤੁਹਾਡੇ ਨਾਲ ਕਮਿਟਮੈਂਟ ਕੀਤੀ ਸੀ। ਅਕਾਊਂਟ ਦਾ ਰਾਜੇ ਮੈਂ ਬਸ ਜਾ ਰਿਹਾ ਕਾਲਜ, ਮੇਰੀ ਬੁੱਕ ਥੋੜ੍ਹੀ ਜਿਹੀ ਕਾਲਜ ਪਈ ਹੈ, ਉਹਦੇ ਵਿੱਚ ਕੁਝ ਕੰਟੈਂਟ ਮੈਂ ਲਿਖ ਕੇ ਰੱਖੇ ਹੋਏ ਆ, ਕੁਝ ਮੈਂ ਲਿਖਣੇ ਆ, ਇਸ ਕਰਕੇ ਥੋੜ੍ਹਾ ਜਿਹਾ ਬਸ ਡਿਲੇ ਹੋ ਰਿਹਾ ਅਕਾਊਂਟ ਦਾ। ਲੇਕਿਨ ਜਲਦੀ ਆਪਾਂ 1-2 ਦਿਨ ਦੇ ਵਿੱਚ ਸਟਾਰਟ ਕਰਾਂਗੇ ਅਕਾਊਂਟ ਵੀ ਪੰਜਾਬੀ ਦੇ ਵਿੱਚ। ਚਲੋ ਤਦ ਤੱਕ ਬਾਬਾ ਮਿਹਰ ਕਰੇ, ਸਭ ਦੀ ਜੋਬ ਲੱਗੇ ਜਲਦੀ, ਸਾਰੇ ਇੰਸਪੈਕਟਰ, DSP, ਤਹਿਸੀਲਦਾਰ ਸਭ ਕੁਝ ਬਣ ਜਾਓ। ਬਾਬਾ ਨਾਨਕ ਸਭ ਦਾ ਭਲਾ ਕਰੇ। ਖੈਰ।